ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਵਿਚਾਰ ਥੋੜੀ ਆਪਾਂ ਗਹਿਰੀ ਲੈ ਕੇ ਜਾਣੀ ਹੈ, ਕਿਉਂਕਿ ਗੁਰਮੁਖੇ ਦਾ ਜਿਹੜਾ ਅਸੀਂ ਵਿਚਾਰ ਕਰਦੇ ਆ ਰਹੇ, ਮੇਰਾ ਖਿਆਲ ਹੈ ਕਿ ਸਾਰਿਆਂ ਨੂੰ ਬੜੀ ਅੱਛੀ ਤਰ੍ਹਾਂ ਗੁਰਮੁਖ ਸਿਸਟਮ ਦੇ ਬਾਰੇ ਪਤਾ ਲੱਗ ਚੁੱਕਾ ਹੈ। ਇੱਕ ਅਕਾਲ ਪੁਰਖ ਨੂੰ ਮੰਨਣਾ, ਇੱਕ ਅਕਾਲ ਪੁਰਖ ਵਿੱਚ ਪ੍ਰਤੀਤ, ਇੱਕ ਅਕਾਲ ਪੁਰਖ ਤੋਂ ਦੀਖਿਤ ਹੋਣਾ ਔਰ ਇੱਕ ਅਕਾਲ ਪੁਰਖ ਦਾ ਜਪ ਕਰਨਾ। ਇਹ ਚਾਰ ਚੀਜ਼ਾਂ ਨੇ ਜਪ ਬਾਣੀ ਦੇ ਵਿੱਚ ਮੰਨਿਆ ਦੇ ਜਿਹੜੇ ਅੰਕ ਨੇ, ਉਹ ਇਹ ਚਾਰੋਂ ਚੀਜ਼ਾਂ ਚੰਗੀ ਤਰ੍ਹਾਂ ਨਿਖੇੜਦੇ ਨੇ। ਅਕਾਲ ਪੁਰਖ ਦੀ ਕਿਰਪਾ ਹੋਈ, ਕਦੇ ਉਸ ਪਾਸੇ ਵੱਲ ਨੂੰ ਵੀ ਹੋਵਾਂਗੇ, ਉਹ ਵੀ ਸਾਰੀ ਚੀਜ਼ ਆਪਾਂ ਬੜੀ ਡੂੰਘਾਈ 'ਚ ਜਾ ਕੇ ਵਿਚਾਰਾਂਗੇ। ਆਪਾਂ 35 ਪਦੇ ਇਸ ਬਾਣੀ ਦੇ ਕਰ ਚੁੱਕੇ ਹਾਂ। 2 ਪਦੇ ਮੈਂ ਅੱਜ ਪਿਛਲੇ ਲੜੀ ਜੋੜਨ ਵਾਸਤੇ ਪੜ੍ਹ ਰਿਹਾ। ਨਾਮ ਰਤੇ ਸਿੱਧ ਗੋਸ਼ਟ ਹੋਏ। ਸਿੱਧ ਗੋਸ਼ਟ ਦਾ ਮਤਲਬ ਹੀ ਅਕਾਲ ਪੁਰਖ ਨਾਲ ਮਿਲਾਪ, ਅਕਾਲ ਪੁਰਖ ਨਾਲ ਗੱਲਾਂ ਨੇ। ਉਹ ਨਾਮ ਦੇ ਵਿੱਚ ਚੌਥੀ ਅਵਸਥਾ 'ਚ ਜਾ ਕੇ ਇਹ ਕਲਾ ਵਾਪਰਦੀ ਹੈ। ਪਹਿਲਾ ਜਨਮ ਪਦਾਰਥ, ਦੂਸਰਾ ਗਿਆਨ ਪਦਾਰਥ, ਤੀਸਰਾ ਮੁਕਤ ਪਦਾਰਥ, ਫਿਰ ਚੌਥਾ ਹੈ ਨਾਮ ਪਦਾਰਥ, ਜਿਹਨੂੰ ਆਪਾਂ ਕਹਿੰਦੇ ਹਾਂ ਚੌਥੇ ਪਦ ਮੈਂ ਸਹਿਜ ਹੈ। ਲਾਵਾਂ ਦਾ ਪਾਠ ਵੀ ਅਸੀਂ ਕਰਕੇ ਆਏ ਹਾਂ। ਹਰ ਚੌਥੜੀ ਲਾਮ ਮਨ ਸਹਿਜ ਪਿਆ, ਚੌਥੀ ਜਿਹੜੀ ਅਵਸਥਾ ਹੈ, ਉਸ ਅਵਸਥਾ 'ਚ ਜਾ ਕੇ ਇਹ ਅਕਾਲ ਪੁਰਖ ਦਾ ਜਿਹੜਾ ਮਿਲਾਪ ਹੈ, ਅਕਾਲ ਪੁਰਖ ਨਾਲ ਗੋਸ਼ਟੀ ਹੈ, ਅਕਾਲ ਪੁਰਖ ਨਾਲ ਨਾਮ ਦੀ ਸਾਂਝ ਹੈ, ਜਿਹੜੀ ਉਸ ਅਵਸਥਾ 'ਚ ਜਾ ਕੇ ਇਹ ਉਸ ਅਵਸਥਾ ਦੀ ਗੱਲ ਹੈ। ਸੋ ਇਹ ਜਿਹੜੀ ਸਿੱਧ ਗੋਸ਼ਟ ਹੈ, ਇਹਦਾ ਮਤਲਬ ਸਾਫ਼ ਹੈ ਕਿ ਇਹ ਅਕਾਲ ਪੁਰਖ ਦੇ ਬਾਰੇ ਚਰਚਾ ਹੈ। ਸਿੱਧਾਂ ਨਾਲ ਗੋਸ਼ਟੀ ਠੀਕ ਹੈ, ਉਹਨੂੰ ਹਿਸਟੋਰੀਕਲ ਵਿਊ ਆਫ ਪੁਆਇੰਟ ਜਿਹੜਾ ਆਪਾਂ ਉਹਨੂੰ ਕਹਿ ਸਕਦੇ ਹਾਂ, ਲੇਕਿਨ ਅਧਿਆਤਮ ਦੀ ਜਦੋਂ ਆਪਾਂ ਗੱਲ ਕਰਾਂਗੇ, ਇਸ ਦਾ ਜਿਹੜਾ ਸਿੱਧਾ ਮੀਨਿੰਗ ਹੈ, ਇਹ ਉਸ ਅਕਾਲ ਪੁਰਖ ਬਾਰੇ ਗੱਲਾਂ, ਉਸ ਅਕਾਲ ਪੁਰਖ ਬਾਰੇ ਵਿਚਾਰ। ਕਹਿੰਦੇ ਨਾਮੇ ਰਤੇ ਸਿੱਧ ਗੋਸ਼ਟੇ ਹੋਏ, ਨਾਮੇ ਰਤੇ ਸਦਾ ਤਪੋ ਹੋਏ। ਆਪਾਂ ਇੱਕ ਚੀਜ਼ ਅੱਜ ਹੋਰ ਸਾਡੇ ਸਾਹਮਣੇ ਆਏਗੀ, ਉਹ ਹੋਏਗੀ ਕਿ ਅਸੀਂ ਸਿਹਾਰੀ ਕਿਉਂ ਬੁਲਾਉਣੀ ਹੈ। ਅੱਜ ਇਸੇ ਬਾਣੀ ਦੇ ਵਿੱਚ ਕਲੀਅਰ ਹੋਏਗਾ, ਇੱਕ ਐਗਜ਼ਾਮਪਲ ਸਾਡੇ ਸਾਹਮਣੇ ਆਏਗੀ, ਤਾਂ ਅਸੀਂ ਉਸ ਤੋਂ ਵੀ ਇਹ ਸੇਧ ਲੈਣੀ ਹੈ ਕਿ ਇਹ ਸਿਹਾਰੀ ਦਾ ਉਚਾਰਨ ਕਿਉਂ ਕਰਨਾ ਨਹੀਂ ਕਰਨਾ। ਦੇਖੋ, ਪਾਠ ਦੀ ਸਪੀਡ ਵਧਾਉਣ ਖਾਤਰ ਨਾ ਕਰੋ, ਲੇਕਿਨ ਇਹ ਜਿਹੜੀ ਸਿਹਾਰੀਆਂ ਬਿਹਾਰੀਆਂ ਔਂਕੜ ਲੱਗੇ ਨੇ ਹਰ ਥਾਂ ਤੇ, ਇਹਨਾਂ ਦਾ ਬਹੁਤ ਵੱਡਾ ਮੀਨਿੰਗ ਹੈ ਔਰ ਇਹ ਮੀਨਿੰਗ ਨੂੰ ਕਿਤੇ ਦਾ ਕਿਤੇ ਲੈ ਜਾਂਦੇ। ਪੂਰੇ ਅੱਖਰ ਦਾ ਕੰਮ ਹੈ ਇਹਨਾਂ ਦਾ, ਇਹਨਾਂ ਨੂੰ ਇਗਨੋਰ ਨਹੀਂ ਕਰਨਾ। ਹਾਂ, ਜੇ ਆਪਣਾ ਰਸ ਲੈ ਲੈ ਕੇ ਪੜ੍ਹਨਾ ਤਾਂ ਉਸ ਚੀਜ਼ ਨੂੰ ਜ਼ਰੂਰ ਆਪਣੇ ਖਿਆਲ 'ਚ ਰੱਖਣਾ ਵੀ ਇਹ ਸ਼ਬਦ ਲਿਖਿਆ ਜਾਂ ਸ਼ਬਦ ਦੇ ਦੱਦੇ ਨੂੰ ਸਿਹਾਰੀ ਲਿਖੀ ਹੈ ਜਾਂ ਸ਼ਬਦ ਦੇ ਦੱਦੇ ਨੂੰ ਔਂਕੜ ਪਾਇਆ ਜਾਂ ਮੁਕਤਾ ਹੈ। ਇਹ ਚੀਜ਼ ਤੁਹਾਡੀ ਵਿਚਾਰ ਨੂੰ ਹੋਰ ਡੂੰਘਾਈ 'ਚ ਲੈ ਕੇ ਜਾਏਗੀ। ਸੋ ਨਾਮ ਰਤੇ ਸਿੱਧ ਗੋਸ਼ਟ ਹੋਏ, ਬਿਲਕੁਲ ਚੌਥੀ ਅਵਸਥਾ 'ਚ ਜਾ ਕੇ ਉਸ ਅਕਾਲ ਪੁਰਖ ਨਾਲ ਗੱਲਾਂ, ਅਕਾਲ ਪੁਰਖ ਦੀ ਵਿਚਾਰ ਹੋਏਗੀ। ਨਾਮ ਰਤੇ ਸਦਾ ਤਪ ਹੋਏ। ਉਹ ਫਿਰ ਅੱਠੋਂ ਪੈਰ ਤੁਰਦੇ ਫਿਰਦੇ ਉਹਦਾ ਤਪ ਹੀ ਚੱਲਦਾ ਹੈ। ਉਹ ਜਿਹੜਾ ਉਸ ਅਵਸਥਾ 'ਚ ਪਹੁੰਚ ਗਿਆ, ਉਹ ਗ੍ਰਸਥ ਜੀਵਨ ਦੇ ਵਿੱਚ ਵੀ ਹੈ, ਆਪਣਾ ਕਾਰ ਵਿਹਾਰ ਵੀ ਕਰ ਰਿਹਾ ਹੈ, ਆਪਣੇ ਪਰਿਵਾਰ ਦੀ ਦੇਖਭਾਲ ਵੀ ਕਰ ਰਿਹਾ ਹੈ। ਉਹ ਫਿਰ ਉਹਦਾ ਤਪ ਹੀ ਹੈ। ਨਾਮ ਰਤੇ ਸੱਚ ਕਰਨੀ ਸਾਰ, ਉਸ ਅਵਸਥਾ 'ਚ ਜਾ ਕੇ ਵੀ ਉਹ ਨਾਮ ਦਾ ਹੀ ਅਭਿਆਸ ਹੈ। ਉਹੀ ਜਿਹੜੀ ਹੈ ਸਭ ਤੋਂ ਉੱਤਮ ਕਰਨੀ ਹੈ। ਹਰ ਕੀਰਤ ਉੱਤਮ ਨਾਮ ਹੈ, ਵਿੱਚ ਕਲਯੁਗ ਕਰਨੀ ਸਾਰ। ਨਾਮ ਰਤੇ ਗੁਣ
ਗਿਆਨ ਵਿਚਾਰ, ਨਾਮ ਦੇ ਵਿੱਚ ਜਾ ਕੇ ਨਾਮ ਦੇ ਵਿੱਚ ਰਤਿਆਂ ਹੀ ਉਹਦੇ ਗੁਣਾਂ ਦੀ ਵਿਚਾਰ। ਗੁਣਾਂ ਦੀ ਵਿਚਾਰ ਕੀ ਹੈ? ਗੁਣਾਂ ਦੀ ਕੋਈ ਕਥਾ ਨਹੀਂ ਹੈ, ਇਹ ਹੈ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਨਾਮ ਦਾ ਜਪਣਾ ਹੀ ਨਾਮ ਦੀ ਵਿਚਾਰ ਹੈ। ਇਹ ਬੜਾ ਭੁਲੇਖਾ ਅੱਜ ਕਲੀਅਰ ਕਰ ਲਓ। ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਜੇ ਕੋਈ ਵਿਚਾਰ ਹੈ ਤੇ ਉਹ ਹੈ ਨਾਮ ਦਾ ਜਪਣਾ। ਬਿਨ ਨਾਮੇ ਬੋਲੇ ਸਭ ਬੇਕਾਰ। ਨਾਮ ਤੋਂ ਬਿਨਾ ਜੋ ਵੀ ਆਪਾਂ ਕਰਦੇ ਹਾਂ, ਕਮਾਈਆਂ ਕਰਦੇ ਹਾਂ, ਪੜ੍ਹਦੇ ਹਾਂ, ਕਰਮ ਕਾਂਡ ਕਰਦੇ ਹਾਂ, ਉਹ ਬੇਕਾਰ ਹੈ। ਹਾਂ, ਇਸ ਚੀਜ਼ ਨੂੰ ਬੜਾ ਧਿਆਨ ਰੱਖਣਾ ਹੈ। ਅਸੀਂ, ਸਾਡੀ ਐਜੂਕੇਸ਼ਨ ਬੇਕਾਰ ਨਹੀਂ, ਸਾਡੀ ਕਿਰਤ ਕਮਾਈ ਬੇਕਾਰ ਨਹੀਂ। ਹਾਂ, ਉਹ ਚੀਜ਼ ਬੇਕਾਰ ਹੈ ਜਿਹੜੀ ਅਸੀਂ ਰੱਬ ਦੇ ਨੇੜੇ ਪਹੁੰਚਣ ਵਾਸਤੇ ਆਪਣੇ ਧਰਮ ਦੇ ਵਿੱਚ ਜਾਂ ਧਰਮ ਦੀ ਕਿਰਤ ਦੇ ਵਿੱਚ ਸ਼ਾਮਲ ਕਰਦੇ ਹਾਂ। ਫੋਰ ਐਗਜ਼ਾਮਪਲ, ਕਿ ਇੱਕ ਬੜੀ ਵੱਡੀ ਚੀਜ਼ ਸਾਡੇ ਸ਼ਾਮਲ ਹੈ ਕਿ ਇੰਨੀਆਂ ਬਾਣੀਆਂ ਦੇ ਪਾਠ ਕਰਨੇ ਆ ਸਵੇਰੇ ਉੱਠ ਕੇ। ਠੀਕ ਹੈ, ਉਹ ਮਹਾਰਾਜ ਦੇ ਕਹਿੰਦੇ ਆ ਨਾ ਬਿਨ ਨਾਮੈ ਬੋਲੇ ਸਭ ਬੇਕਾਰ। ਅੱਛਾ, ਫਿਰ ਦੂਸਰਾ, ਹਾਂਜੀ ਮੈਂ ਅੱਜ ਜਾ ਕੇ ਫਲਾਣੇ ਸਰੋਵਰ 'ਚ ਜਾ ਕੇ ਇਸ਼ਨਾਨ ਕਰਨਾ, ਉਹ ਅਸੀਂ ਧਰਮ ਦੀ ਖਾਤਰ ਹੀ ਕਰਦੇ ਆ ਨਾ, ਪਰਮਾਤਮਾ ਨੂੰ ਖੁਸ਼ ਕਰਨ ਦੀ ਖਾਤਰ ਕਰਦੇ ਆ। ਪਰਮਾਤਮਾ ਅਕਾਲ ਪੁਰਖ ਨਾਮ ਜਪਣ ਤੋਂ ਸਿਵਾਏ ਹੋਰ ਕਿਸੇ ਕਰਮ ਕਾਂਡ ਦੇ ਨਾਲ ਖੁਸ਼ ਨਹੀਂ ਹੁੰਦਾ। ਇਹ ਸਾਰੀ ਗੁਰਬਾਣੀ 'ਚ ਕਿਸੇ ਨੂੰ ਕੋਈ ਪਾਠ ਕਰਦੇ ਆ, ਬਾਣੀ ਪੜ੍ਹਦੇ ਆ, ਚੀਜ਼ ਮਿਲੇ ਤੇ ਆਪਾਂ ਉਹਦੀ ਵਿਚਾਰ ਕਰਨ ਵਾਸਤੇ ਹਮੇਸ਼ਾ ਤਿਆਰ ਆ। ਇਹ ਲੱਭੋ, ਬਲਕਿ ਮੈਨੂੰ ਨਹੀਂ ਲੱਭਿਆ, ਪਰ ਆਪ ਜੀ ਪਾਠ ਕਰੋ, ਬਾਣੀ ਪੜ੍ਹੋ, ਇਹ ਲੱਭੋ ਵਿੱਚੋਂ ਹੌਲੀ ਹੌਲੀ। ਪਰ ਉਹਨੂੰ ਐਜ਼, ਮੇਰੀ ਭਾਵਨਾ ਨੂੰ ਸਮਝੋ ਕਿ ਪਾਠ ਨੂੰ ਇੱਕ ਫਾਰਮੈਲਿਟੀ ਦੀ ਤਰ੍ਹਾਂ ਨਾ ਕਰੋ ਵੀ ਮੈਂ 5 ਬਾਣੀਆਂ ਦਾ ਨਿਤਨੇਮ ਕਰਨਾ ਹੀ ਕਰਨਾ ਨਾ। ਜਦੋਂ ਮਨ ਕਰੇ ਉਦੋਂ ਪੂਰੇ ਪਿਆਰ ਨਾਲ, ਪੂਰੀ ਉਹਨੂੰ ਅਵਸਥਾ ਬਣਾ ਕੇ, ਆਪਣਾ ਪ੍ਰੇਮ ਬਣਾ ਕੇ, ਭਾਵ ਬਣਾ ਕੇ, ਭਾਵਨਾ ਦੇ ਨਾਲ ਪੜ੍ਹੋ ਔਰ ਉਹਨੂੰ ਆਪਣੇ ਮਨ ਦੇ ਅੰਦਰ ਵਿਚਾਰੋ ਕਿ ਇਹ ਇਸ ਤਰ੍ਹਾਂ ਕਿਉਂ ਲਿਖਿਆ ਹੈ, ਇਹਦਾ ਮੈਂ ਕੀ ਵਿਚਾਰ ਕਰਾਂ, ਇਹਦਾ ਮੈਂ ਕੀ ਮੀਨਿੰਗ ਕੱਢਾਂ। ਇਹ ਇੰਸਟਰਕਸ਼ਨ ਸਾਰੀ ਦੀ ਸਾਰੀ ਇੰਸਟਰਕਸ਼ਨ ਹੀ ਮੇਰੇ ਵਾਸਤੇ ਹੈ, ਇਹ ਸੋਚ ਕੇ ਬਾਣੀ ਪੜ੍ਹਨੀ। ਸੋ ਬਿਨ ਨਾਮੈ, ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਜੋ ਵੀ ਅਸੀਂ ਬੋਲਦੇ ਹਾਂ, ਅਕਾਲ ਪੁਰਖ ਨੂੰ ਪਾਉਣ ਦੀ ਖਾਤਰ ਜਾਂ ਅਵਸਥਾ ਉੱਚੀ ਚੁੱਕਣ ਦੀ ਖਾਤਰ, ਉਹ ਬੇਕਾਰ ਹੈ। ਇਹ ਭਾਵਨਾ ਨੂੰ ਚੰਗੀ ਤਰ੍ਹਾਂ ਸਮਝਿਓ। ਇਹਦੀ ਕੋਈ ਇੰਟਰਪ੍ਰੀਟੇਸ਼ਨ ਗਲਤ ਨਹੀਂ ਕਰਨੀ ਕਿ ਮੈਂ ਬਾਣੀ ਪੜ੍ਹਨ ਤੋਂ ਮਨਾ ਕਰਦਾ। ਹਾਂ, ਬਾਣੀ ਪੜ੍ਹਨ ਤੋਂ ਮੈਂ ਕਦੇ ਨਹੀਂ ਮਨਾ ਕਰਦਾ। ਮੈਂ ਕਹਿਣਾ ਬਾਣੀ ਪੜ੍ਹੋ, ਪਰ ਉਹਨੂੰ ਇਸ ਤਰ੍ਹਾਂ ਪੜ੍ਹੋ ਕਿ ਉਹ ਅੰਦਰ ਉਤਰਦੀ ਜਾਏ। ਫਿਰ ਨਾਨਕ ਨਾਮੇ ਰਤੇ ਤਿੰਨ ਕੋ ਜੈਕਾਰ। ਉਹਨਾਂ ਨੂੰ ਜਿਹੜੇ ਨਾਮ ਦੇ ਵਿੱਚ ਰਤੇ ਗਏ, ਇਹ ਜੈਕਾਰ ਦਾ ਮਤਲਬ ਭਲਾ ਕੀ ਹੋਇਆ? ਜਿਹੜੇ ਨਾਮ ਦੇ ਵਿੱਚ ਰਤੇ ਗਏ ਉਹਨਾਂ ਨੂੰ ਨਮਸਕਾਰ, ਉਹਨਾਂ ਦੀ ਕੀ ਕਹੀਏ, ਵਾਹ ਵਾਹ ਨਹੀਂ। ਇਹ ਪਦੇ ਨੂੰ ਬੜੇ ਧਿਆਨ ਦੇ ਨਾਲ ਆਪਾਂ ਪਿਛਲੀ ਵਾਰੀ ਵੀ ਪੜ੍ਹ ਕੇ ਆਏ ਆ, ਪਰ ਇਹਦੀ ਵਿਚਾਰ ਜਿਹੜੀ ਹੈ ਆਪਣੇ ਮਨ ਦੇ ਅੰਦਰ ਬੜੀ ਬਰੀਕੀ ਦੇ ਨਾਲ ਅਸੀਂ ਕਰਨੀ ਹੈ। ਤਿੰਨ ਕੋ ਜੈਕਾਰ ਜਿਹੜਾ ਹੈ, ਜਿਹੜੇ ਨਾਮ ਦੇ ਵਿੱਚ ਜਾਂ ਚੌਥੀ ਅਵਸਥਾ ਦੇ ਵਿੱਚ ਆ ਗਏ, ਉਹਨਾਂ ਨੂੰ ਅਕਾਲ ਪੁਰਖ ਦੇ ਦਰ ਤੇ ਕਿਸੇ ਚੀਜ਼ ਦੀ ਘਾਟ ਨਹੀਂ ਹੈ। ਉਹ ਫਿਰ ਪੰਜ ਪ੍ਰਵਾਨ ਨੇ, ਉਹ ਫਿਰ ਦਰਗਾਹ ਤੇ ਉਹਨਾਂ ਨੂੰ ਸਿਰੋਂ ਪਾਓ ਦਰਗਾਹ 'ਚ ਉਹਨਾਂ ਨੂੰ ਭੇਟ ਮਿਲੇਗੀ। ਇਹ ਹੈ ਜੈਕਾਰ ਹੋਣਾ, ਪੰਜ ਪ੍ਰਵਾਨ ਹੋਣਾ, ਉਸ ਦਰਗਾਹ ਦੀ ਨਿਸ਼ਾਨੀ। ਇਸ ਕਰਕੇ ਇਸ ਅੱਖਰ ਦੇ ਰਾਰੇ ਨੂੰ ਔਂਕੜ ਪਾਇਆ। ਇਹ ਆਮ ਜੈਕਾਰ ਨਹੀਂ ਹੈ ਵੀ ਜੈ ਜੈਕਾਰ ਹੋ ਗਈ। ਉਹ ਭਾਈ ਗੁਰਸਿੱਖ ਨੇ ਜੈ ਜੈਕਾਰ ਤੋਂ ਕੀ ਲੈਣਾ? ਗੁਰਸਿੱਖ ਤੇ ਇੱਕ ਲੁਕਿਆ ਹੋਇਆ ਫਾਰਮੂਲਾ ਹੈ, ਇੱਕ ਲੁਕੀ ਹੋਈ ਅਵਸਥਾ ਹੈ, ਜਿਹੜੀ ਕਿ ਉਹਨੇ ਦੁਨੀਆ ਦੀ ਵਾਹ ਵਾਹ ਤੋਂ ਬਚਣਾ ਹੈ।
ਤੇ ਇਹ ਕੀ ਵੀ ਉਹ ਨਾਮ ਚ ਰਤਿਆ ਗਿਆ, ਇਹ ਤੇ ਗੁਪਤ ਹੋ ਗਿਆ। ਚੌਥੀ ਅਵਸਥਾ ਜਿਹੜੀ ਹੈ ਕੋਈ ਸਰੀਰਕ ਅਵਸਥਾ ਥੋੜੀ ਹੈ, ਇਹ ਆਤਮਿਕ ਅਵਸਥਾ, ਸੂਖਮ ਦੀ ਗੱਲ ਹੈ। ਉੱਥੇ ਉਹਦਾ ਮਤਲਬ ਉਹਦੇ ਜਕਾਰੇ ਵੱਜਣਗੇ ਨਹੀਂ। ਜੈਕਾਰ ਦਾ ਮਤਲਬ ਹੈ ਕਿ ਉਹ ਗੁਰਬਾਣੀ ਦੀ ਮੈਂ ਤੁਕ ਲੱਭਣ ਦੀ ਕੋਸ਼ਿਸ਼ ਕਰ ਰਿਹਾ। ਹਾਂਜੀ, ਇਹ ਸ਼ਬਦ ਆਪਾਂ ਫਿਰ ਵੀ ਰਿਪੀਟ ਕਰਾਂਗੇ, ਲੇਕਿਨ ਮੈਂ ਇਸ ਸ਼ਬਦ ਨੂੰ ਪੜ੍ਹਦਾ, ਬੜਾ ਸੋਹਣਾ ਸ਼ਬਦ ਹੈ ਮਹੱਲੇ ਪੰਜਵੇਂ ਦਾ। ਕਹਿੰਦੇ ਤਨਵੰਤ ਨਾਮ ਕੇ ਵਣਜਾਰੇ, ਸਾਂਝੀ ਕਰੋ ਨਾਮ ਧਨ ਖਾਟੋ ਗੁਰ ਕਾ ਸ਼ਬਦ ਵਿਚਾਰੇ। ਉੱਥੇ ਲਿਖਿਆ ਛੋਡੋ ਕਪਟ ਹੋਏ ਨਿਰਵੈਰਾ, ਸੋ ਪ੍ਰਭ ਸੰਗ ਨਿਹਾਰੇ। ਲੈ ਕਹਿੰਦੇ ਤੂੰ ਕਪਟ ਛੱਡ ਦੇ, ਤੂੰ ਨਿਰਵੈਰ ਹੋ ਜਾ, ਆਪਣੇ ਨਾਲ ਅਕਾਲ ਪੁਰਖ ਦੇ ਦਰਸ਼ਨ ਕਰ। ਕਹਿੰਦੇ ਸੱਚ ਧਨ ਵਣਜੋ, ਸੱਚ ਧਨ ਸੰਚੋ, ਕਬੂ ਨਾ ਆਵੇ ਹਾਰ, ਤੇਰੀ ਹਾਰ ਨਹੀਂ ਹੋਏਗੀ। ਕਹਿੰਦੇ ਖਾਤ ਖਰਚਤ ਕਿਛ ਨਿਖੁਟਤ ਨਾਹੀ, ਖਾਤ ਖਰਚਤ ਕਿਛ ਨਿਖੁਟਤ ਨਾਹੀ, ਅਗਨਤ ਭਰੇ ਭੰਡਾਰੇ, ਕਹੋ ਨਾਨਕ ਸੋਭਾ ਸੰਗ ਜਾਵੋ, ਪਾਰ ਬ੍ਰਹਮ ਕਹਿ ਦੁਆਰੇ। ਇਹ ਉਸ ਪਾਰ ਬ੍ਰਹਮ ਦੀ ਦੁਆਰ ਦੀ ਗੱਲ ਹੈ। ਇਹ ਉਹ ਹੈ ਜੈਕਾਰਾ ਜਿੱਥੇ ਜਾ ਕੇ ਜਦੋਂ ਅਭਿਆਸੀ ਦੀ ਇਹ ਲੇਖਾ ਪੜ੍ਹੀਏ ਹਰ ਨਾਮ ਫਿਰ ਲੇਖ ਨਾ ਹੋਈ, ਜਦੋਂ ਅਭਿਆਸੀ ਨੇ ਅੱਠੋ ਪੈਰ ਨਾਮ ਨੂੰ ਹੀ ਲੱਖ ਲੱਖ ਗੇੜੇ ਦੇ ਦਿੱਤੇ, ਫਿਰ ਪੁੱਛ ਨਾ ਸਕੈ ਕੋਏ, ਹਰ ਦਰ ਸਦ ਢੋਈ। ਕਹਿੰਦੇ ਜਮਕਾਲ ਮਿਲੈ ਦੇ ਭੇਟ, ਸੇਵਕ ਨਿਤ ਹੋਈ। ਜਮਕਾਲ ਵੀ ਹੱਥ ਬੰਨ ਕੇ ਭੇਟਾ ਦੇ ਕੇ ਉਸ ਗੁਰਸਿੱਖ ਦੇ ਅੱਗੇ ਖਲੋਂਦਾ। ਕਹਿੰਦੇ ਕਿਤੇ ਜਾ ਕੇ ਮੇਰੀ ਵੀ ਅਰਦਾਸ ਕਰਦੀ, ਮੇਰਾ ਵੀ ਐਸ ਜੂਨ ਤੋਂ ਕਿਤੇ ਗਾਂ ਛੁਟਕਾਰਾ ਹੋ ਜੇ, ਮੇਰੀ ਵੀ ਸਿਫਾਰਿਸ਼ ਕਰਦੀ। ਕਹਿੰਦੇ ਪੂਰੇ ਗੁਰ ਤੇ ਮਹਿਲ ਪਾਇਆ, ਪਤ ਪ੍ਰਗਟ ਲੋਈ। ਇਹ ਹੈ ਪਤ ਪ੍ਰਗਟ ਲੋਈ ਜੈਕਾਰ। ਨਾਨਕ ਅਨਹਦ ਧੁਨੀ ਦਰ ਵੱਜਦੇ, ਮਿਲਿਆ ਹਰ ਸੋਈ। ਇਹ ਅਨਹਦ ਧੁਨੀਆਂ ਦਾ ਹੀ ਰੂਪ ਹੈ ਜੈਕਾਰ, ਕਿ ਪੰਜ ਪ੍ਰਵਾਨ ਹੋ ਗਿਆ ਗੁਰਸਿੱਖ। ਅੱਗੇ ਚੱਲੀਏ 34 ਨੰਬਰ ਪਦਾ, ਅਸੀਂ ਵਿਚਾਰ ਕੇ ਆਏ ਹਾਂ, ਸਿਰਫ ਇਹ ਲੜੀ ਜੋੜਨ ਖਾਤਰ ਆਪਾਂ ਇੱਕ ਵਾਰੀ ਉਸ ਚੀਜ਼ ਨੂੰ ਖੋਲ ਰਹੇ ਹਾਂ। ਕਿਉਂਕਿ ਪਿਛਲੀ ਵਾਰ ਜਿੱਥੇ ਆਪਾਂ ਜਿਹੜਾ ਨਾਮ ਪਦਾਰਥ ਦੀ ਗੱਲ ਹੋਈ ਸੀ, ਨਾਮ ਪਦਾਰਥ, ਮੁਕਤ ਪਦਾਰਥ, ਫਿਰ ਇਹ ਪ੍ਰੇਮ ਪਦਾਰਥ, ਸਤ ਪਦਾਰਥ, ਰਾਮ ਪਦਾਰਥ, ਰਤਨ ਪਦਾਰਥ, ਹੈ ਨਾ। ਪਿਛਲੀ ਵਾਰ ਵੀ ਇਹ ਆਇਆ ਸੀਗਾ, ਆਪਾਂ ਹੁਣ ਵੀ ਵਿਚਾਰਾਂਗੇ ਇਸ ਚੀਜ਼ ਨੂੰ। ਸੋ ਅਧਿਆਤਮ ਦੇ ਤੌਰ ਤੇ ਆਪਾਂ ਲਫ਼ਜ਼ਾਂ ਨੂੰ ਦੇਖਣਾ, ਆਪਾਂ ਦੁਨਿਆਵੀ ਤੌਰ ਤੇ ਲਫ਼ਜ਼ਾਂ ਨੂੰ ਨਹੀਂ ਦੇਖਣਾ, ਕਿਉਂਕਿ ਇਹ ਅਕਾਲ ਪੁਰਖ ਦੀ ਚਰਚਾ ਹੈ, ਅਕਾਲ ਪੁਰਖ ਦੀਆਂ ਗੱਲਾਂ ਨੇ। ਤੇ ਅਕਾਲ ਪੁਰਖ ਦੀਆਂ ਗੱਲਾਂ ਵੀ ਸਾਨੂੰ ਉਸ ਪਾਏ ਦੀਆਂ ਕਰਨੀਆਂ ਪੈਣਗੀਆਂ ਜੋ ਦੁਨੀਆ ਦੇ ਨਾਲ ਸੰਬੰਧ ਨਹੀਂ ਰੱਖਦੀਆਂ ਹੋਣਗੀਆਂ। ਜਿਸ ਤਰ੍ਹਾਂ ਦਾ ਅਕਾਲ ਪੁਰਖ ਹੈ, ਹੁਣ ਫਰਜ਼ ਕਰੋ ਕਿ ਅਕਾਲ ਪੁਰਖ ਦੇ ਚਰਨ ਧੋਣੇ ਆ, ਸ਼ਬਦਾਂ ਚ ਆਉਂਦਾ ਆਮ। ਚਰਨ ਧੋਣੇ ਕੀ ਹੈ? ਉਹ ਭਾਈ ਚਰਨ ਉਹਦੇ ਉਹ ਦੇਖੋਗੇ ਤੇ ਹੋਰ ਧੋਵੋਗੇ ਨਾ ਜਾ ਕੇ ਕਿਤੇ। ਉਹ ਖੁਰਲੀ ਖਰਲੀ ਬਣੀ ਹੋਣੀ, ਉੱਥੇ ਕਿਤੇ ਪਾਣੀ ਪਾ ਕੇ ਭਰ ਕੇ ਉਹਦੇ ਚਰਨ ਤੁਹਾਡੇ ਸਾਹਮਣੇ ਹੋਣਗੇ ਤੇ ਉੱਥੇ ਧੋਵਾਂਗੇ। ਇਹ ਚਰਨ ਕੀ ਹੈ? ਹਰ ਹਰ ਚਰਨ ਹਿਰਦੈ ਔਰ ਧਾਰੀ, ਇਹ ਨਾਮ ਹੀ ਹੈ। ਇਹ ਕਿਉਂਕਿ ਪਹਿਲਾਂ ਸਾਰਾ ਪ੍ਰਬੰਧ ਜਿਹੜਾ ਸਨਾਤਨ ਦਾ ਪ੍ਰਬੰਧ ਐਸਾ ਚੱਲ ਰਿਹਾ ਸੀ, ਬ੍ਰਾਹਮਣ ਗੁਰੂ ਦੇ ਚਰਨ ਧੋ ਕੇ ਥੱਲੇ ਪਰਾਤ ਰੱਖ ਕੇ ਉਹਨੂੰ ਪੀਤਾ ਜਾਂਦਾ ਸੀ ਬਾਅਦ ਚ। ਉਹ ਮਹਾਰਾਜ ਕਹਿੰਦੇ ਉਹ ਐਡਾ ਕੁਫਰ ਤੁਸੀਂ ਤੋਲੀ ਜਾ ਰਹੇ ਹੋ। ਉਹਨਾਂ ਨੇ ਕਟਾਕਸ਼ ਪਾਈ ਕਿ ਕਹਿੰਦੇ ਮੇਰਾ ਅਕਾਲ ਪੁਰਖ ਦਾ ਨਾਮ ਜਪਣਾ ਹੀ ਉਸ ਅਕਾਲ ਪੁਰਖ ਦੇ ਚਰਨ ਧੋਣ ਦੀ ਸੇਵਾ ਹੈ। ਅੱਛਾ, ਅੱਗੇ ਚਲੀਏ। ਪੂਰੇ ਗੁਰ ਤੇ ਨਾਮ ਪਾਇਆ ਜਾਏ। ਪੂਰਾ ਗੁਰ, ਬੁਰਾ ਗੁਰ ਹੈ ਹੀ ਅਕਾਲ ਪੁਰਖ ਹੈ। ਪੂਰਾ ਗੁਰੂ ਜਿਹੜਾ, ਪੂਰੇ ਗੁਰ ਤੇ ਨਾਮ ਪਾਇਆ ਜਾਏ। ਹੁਣ ਬਾਬਾ ਨਾਨਕ ਗੱਲ ਕਰ ਰਿਹਾ, ਬਾਬੇ ਨਾਨਕ ਦਾ ਗੁਰੂ ਕੌਣ ਸੀ? ਅੱਜ ਆਪਾਂ ਖੋਲਾਂਗੇ ਸਾਰਾ ਇਹ। ਬਾਬੇ ਨਾਨਕ ਦਾ ਗੁਰੂ ਕਿਹੜਾ ਸੀ? ਉਹਨਾਂ ਦਾ ਦੁਨਿਆਵੀ ਪਿਤਾ ਕੌਣ ਸੀ? ਸਾਨੂੰ ਇਹ ਦ੍ਰਿੜਾਤਾ ਜਾਂਦਾ ਲੈਕਚਰਾਂ ਚ ਜਾਂ ਹਿਸਟਰੀ ਚ, ਬਈ ਜੀ ਤੁਹਾਡੇ ਪਿਤਾ ਅੱਜ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਉਹ ਭਾਈ ਫਿਰ ਗੁਰੂ ਨਾਨਕ ਜੋਤ ਨੂੰ ਕਿੱਥੇ ਲੈ ਕੇ ਜਾਓਗੇ? ਜਿਹੜਾ ਕਿਹਾ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ। ਇਹ ਲਫ਼ਜ਼ਾਂ ਦੇ ਮੀਨਿੰਗ ਕਿੱਦਾਂ ਸਮਝਾਵਾਂਗੇ ਅਸੀਂ ਬੱਚਿਆਂ ਨੂੰ ਜਾਂ ਆਪਣੇ ਸਿੱਖਾਂ ਨੂੰ? ਇਹ ਇਸ ਚੀਜ਼ ਨੂੰ ਮਾਈਂਡ ਨਹੀਂ ਕਰਨਾ। ਠੀਕ ਹੈ, ਗੁਰੂ ਗੋਬਿੰਦ ਸਿੰਘ ਸਾਡੇ ਗੁਰੂ ਪਿਤਾ ਨੇ,
लेकिन जिहड़ी पिता माता दी गल गुरबाणी ज्ञान च उन्हां ही गुरु जोतां द्वारा कीती गई है, असीं तरजीह ओहनूं देनी है। साडा पल्लड़ा उधर नूं भारा होना, इस चीज़ ਨੂੰ ਬੜੇ ਧਿਆਨ ਨਾਲ ਆਪਾਂ ਫਾਲੋ ਵੀ ਕਰਨਾ, ਸਮਝਣਾ ਵੀ ਹੈ ਔਰ ਆਪ ਵੀ ਲੱਗੋ। ਇਹ ਖਾਲੀ ਨਹੀਂ ਵੀ ਇੱਕ ਜੋ ਅਪਾਰਦੀਪ ਨੇ ਕਹਿ ਤਾ ਉਹ ਠੀਕ ਹੈ, ਨਹੀਂ, ਆਪ ਵੀ ਲੱਗੋ। ਇਹ ਆਪਾਂ ਸਿਰਫ ਰਾਹ ਦਿਖਾ ਸਕਦੇ ਹਾਂ ਕਿ ਆਹ ਰਸਤਾ ਭਾਈ ਸਾਨੂੰ ਫਾਲੋ ਕਰਨਾ ਪੈਣਾ, ਕਰਕੇ ਨਹੀਂ ਮੈਂ ਕੁਛ ਰੱਖ ਸਕਦਾ ਤੁਹਾਡੇ ਅੱਗੇ। ਦੇਖੋ ਪੂਰੇ ਗੁਰ ਤੇ ਨਾਮ ਪਾਇਆ ਜਾਏ, ਜੋਗ ਜੁਗਤੇ ਸੱਚੇ ਰਹਿ ਸਮਾਏ। ਇਸੇ ਜੁਗਤੀ ਦੇ ਨਾਲ, ਇਹੀ ਜੋਗ ਦੇ ਨਾਲ ਉਸ ਅਕਾਲ ਪੁਰਖ ਦੇ ਵਿੱਚ ਸਮਾਇਆ ਜਾ ਸਕਦਾ ਹੈ, ਜਿਹੜੀ ਚੌਥੀ ਅਵਸਥਾ ਦੀ ਗੱਲ ਹੈ। 12 ਮੈਂ ਜੋਗੀ ਪਰਮਾਏ ਸੰਨਿਆਸੀ ਛੇ ਚਾਰ, ਗੁਰ ਕੈ ਸ਼ਬਦੇ ਜੋ ਮਰੇ ਜੀਵੈ, ਸੋ ਪਾਏ ਮੋਖ ਦੁਆਰ। ਪਰ ਜਿਹੜੇ ਜੋਗੀ ਹੈ ਇਹ ਉਸ ਚੀਜ਼ ਤੋਂ ਲਾਂਭੇ ਹੋ ਗਏ ਸੀ, ਉਹਨਾਂ ਨੂੰ ਉਹ ਨਿਸ਼ਾਨੇ ਦਾ ਪਤਾ ਨਹੀਂ ਲੱਗਿਆ। ਇਸ ਕਰਕੇ ਲਿਖਿਆ ਕਿ ਸੰਨਿਆਸੀ ਲੋਕ ਜਿਹੜੇ ਆ ਉਹ ਵੱਖੋ ਵੱਖਰੇ ਫਿਰਕਿਆਂ 'ਚ ਵੰਡੇ ਗਏ। ਇਹ ਇਸੇ ਚੀਜ਼ ਨੂੰ ਫਾਲੋ ਕਰ ਰਹੇ ਸੀ ਨਿਰਮਲੇ। ਨਿਰਮਲਿਆਂ ਨੇ ਸਾਡਾ ਜੋ ਇਤਿਹਾਸ ਔਰ ਸਾਡੀ ਗੁਰਬਾਣੀ ਦੀ ਵਿਆਖਿਆ ਜੋ ਵਿਗਾੜੀ ਹੈ, ਇਹ ਮੈਂ ਦੱਸ ਨਹੀਂ ਸਕਦਾ। ਮੈਂ ਇਸ ਚੀਜ਼ ਵੱਲ ਨੂੰ ਹੋਣਾ ਨਹੀਂ ਚਾਹੁੰਦਾ, ਕਿਉਂਕਿ ਮੇਰਾ ਆਪਣਾ ਮਨ ਫਿਰ ਕਈ ਵਾਰੀ ਉਹ ਚੀਜ਼ ਨਿੰਦਾ ਬਣ ਜਾਂਦੀ ਹੈ। ਮੈਂ ਕਹਿਣਾ ਨਹੀਂ ਚਾਹੁੰਦਾ, ਪਰ ਇਹ ਸਾਨੂੰ ਜਿਹੜਾ ਜਿੰਨਾ ਸਾਨੂੰ ਭਰਮ ਜਾਲ ਦੇ ਵਿੱਚ ਫਸਾਇਆ, ਇਹਦੇ 'ਚ ਨਿਰਮਲਿਆਂ ਦਾ ਬਹੁਤ ਵੱਡਾ ਰੋਲ ਹੈ। ਔਰ ਉਸ ਤੋਂ ਵੱਡਾ ਰੋਲ ਸਾਡੇ ਵਰਗੇ, ਮੇਰੇ ਵਰਗੇ ਮੂਰਖਾਂ ਦਾ, ਜਿਹੜੇ ਪਿੱਛੇ ਲੱਗਦੇ ਗਏ ਵੀ ਹਾਂ, ਆਹ ਕੰਮ ਕਰਨਾ ਜੀ, ਆਹ ਚੀਜ਼ ਫਾਲੋ ਕਰਨੀ ਪੈਣੀ ਆ, ਇੰਨੇ ਪਾਠ ਕਰਨੇ ਪੈਣੇ ਆ, ਤੁਹਾਨੂੰ ਉੱਠ ਕੇ ਸਵੇਰੇ ਨਹਾਉਣਾ ਪੈਣਾ ਹੈ, ਆਹ ਰਹਿਤ ਮਰਿਆਦਾ ਰੱਖਣੀ ਪੈਣੀ ਹੈ। ਉਹ ਕਿਹੜੀ ਰਹਿਤ ਮਰਿਆਦਾ ਜਿਹੜੀ 1930 'ਚ ਆਈ ਹੈ? ਉਹਦੀਆਂ ਗੱਲਾਂ ਹੋ ਰਹੀਆਂ ਨੇ, ਗੁਰਬਾਣੀ ਤੇ ਇੱਕ ਪਾਸੇ ਰਹਿ ਗਈ ਹੈ। ਅਸੀਂ ਉਹਦੀ ਵੱਲ ਵੀ ਆਵਾਂਗੇ, ਲੇਕਿਨ ਹਲੇ ਸਾਡਾ ਜਿਹੜਾ ਮੁੱਦਾ ਹੈ, ਉਹ ਗੁਰਬਾਣੀ ਦਾ ਜਿਹੜਾ ਫੋਕਸ ਅਸੀਂ ਡਿਫਾਈਨ ਕਰਨਾ, ਅਸੀਂ ਫੋਕਸ ਲੱਭਣਾ ਕਿ ਗੁਰਬਾਣੀ ਸਾਨੂੰ ਲਾ ਕਿਹੜੇ ਬੰਨੇ ਰਹੀ ਹੈ। ਅੱਛਾ, ਗੁਰ ਕੈ ਸ਼ਬਦੇ ਜੋ ਮਰੇ ਜੀਵੇ, ਇਹ ਹੈ ਜਿੱਦਾਂ ਆਪਾਂ ਕਹਿੰਦੇ ਆ ਨਾ ਕਿ ਸਿੱਲ ਅਲੂਣੀ ਚੱਟੀ ਹੈ, ਜਿੱਦਾਂ ਆਪਾਂ ਕਹਿੰਦੇ ਆ ਵੀ ਮੱਛੀ ਜਿਹੜੀ ਉਹ ਪੱਥਰ ਚੱਟ ਕੇ ਮੁੜਦੀ ਹੈ, ਇਹ ਸ਼ਬਦ ਦੇ ਨਾਲ ਇਹ ਮਰਨਾ ਪੈਣਾ ਹੈ। ਮਰਨ ਦਾ ਭਾਵ ਕੀ ਹੈ? ਇਹ ਸੈਕਰੀਫਾਈਸ ਵੀ ਆਏਗਾ ਉਹਦੇ 'ਚ, ਕਾਮ। ਅੱਛਾ, ਇਹ ਕਾਮ ਦਾ ਐਸਾ ਰੋਗ ਹੈ, ਇਹ ਫਿਰ ਉਹ ਦੇਖੋ, ਹਰ ਚੀਜ਼ ਦੇ ਵਿੱਚ, ਹਰ ਟੌਪਿਕ ਦੇ ਵਿੱਚ, ਹਰ ਵਿਸ਼ੇ ਬਾਰੇ ਆਪਾਂ ਗੱਲ ਨਹੀਂ ਕਰ ਸਕਦੇ। ਇੱਕ ਵਿਸ਼ਾ ਲਿਆ ਨਾ, ਜਿੱਦਾਂ ਆਪਾਂ ਹੁਣ ਕਾਮ ਦਾ ਵਿਸ਼ਾ ਲਵਾਂਗੇ, ਫਿਰ ਕਾਮ ਦੀਆਂ ਗੱਲਾਂ ਕਰਾਂਗੇ ਕਿ ਇਹ ਕਿਸ ਤਰ੍ਹਾਂ ਵਿਆਪਦਾ ਹੈ। ਇਹ ਮਰਨ ਨਾਲ ਇਹਦਾ ਕੀ ਸੰਬੰਧ ਹੈ? ਕਿਉਂਕਿ ਦੇਖੋ, ਇਹ ਜਿਹੜਾ ਕਾਮ ਦਾ ਰੋਗ ਹੁੰਦਾ ਨਾ, ਜਾਨਵਰ ਜਿਹੜਾ ਸਭ ਤੋਂ ਜਿਹੜਾ ਕਾਮ ਦੇ ਵਿੱਚ ਗ੍ਰਸਿਆ ਹੈ ਨਾ, ਉਹ ਹੈ ਹਾਥੀ। ਗੁਰਬਾਣੀ 'ਚ ਇਹ ਚੀਜ਼ ਖੋਲੀ ਗਈ ਹੈ। ਅੱਜ ਆਪਾਂ ਥੋੜ੍ਹੀਆਂ ਜਿਹੀਆਂ, ਮੈਂ ਇਹ ਇੰਟਰੋਡਕਸ਼ਨ ਲੈਵਲ ਦੇ ਉੱਤੇ ਮੈਂ ਤਾਂ ਗੱਲਾਂ ਕਰ ਰਿਹਾ, ਕਿਉਂਕਿ ਆਪਾਂ ਇਹ ਸਾਰਾ ਇਹਦੇ ਵਿੱਚ ਅੱਗੇ ਜਾਣਾ, ਕੋਈ ਅੱਜ ਟਾਈਮ ਵੀ ਲੱਗ ਜੇ ਕੋਈ ਗੱਲ ਨਹੀਂ, ਲੇਕਿਨ ਅੱਜ ਬੜੀ ਇੰਟਰਸਟਿੰਗ ਚੀਜ਼ ਸਾਡੇ ਕਈ ਚੀਜ਼ਾਂ ਇੰਟਰਸਟਿੰਗ ਸਾਡੇ ਸਾਹਮਣੇ ਆਉਣੀਆਂ ਨੇ, ਨਵੀਆਂ ਚੀਜ਼ਾਂ ਸਾਡੇ ਸਾਹਮਣੇ ਆਉਣੀਆਂ। ਕਬੀਰ ਸਾਹਿਬ ਦਾ ਇੱਕ ਸ਼ਬਦ ਹੈ, ਉਹਦੇ 'ਚ ਉਹਨਾਂ ਨੇ ਐਕਸਪਲੇਨ ਕੀਤਾ ਹੈ। ਸ਼ੁਰੂਆਤ ਹੀ ਇੱਥੋਂ ਕੀਤੀ ਹੈ, ਕਿਉਂਕਿ ਇੱਕ ਕਾਮ ਤੋਂ ਬਚਣਾ ਬਹੁਤ ਮੁਸ਼ਕਿਲ ਹੈ, ਬਹੁਤ ਮੁਸ਼ਕਿਲ ਹੈ ਕਾਮ ਤੋਂ ਬਚਣਾ। ਮੈਂ ਬਿਲਕੁਲ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਤੁਹਾਨੂੰ ਇਹ ਗੱਲਾਂ ਕਰ ਰਿਹਾ। ਮੈਂ ਆਪਣੀਆਂ ਅੱਖਾਂ ਨਾਲ ਦੇਖਿਆ 70 75 ਸਾਲ ਦੇ ਬੰਦੇ ਜਿਹੜੇ ਹੈ, ਕਾਮ ਦੇ ਵਿੱਚ ਵਿਆਪੇ ਹੋਏ ਦੇਖੇ ਨੇ। ਇਹ ਪ੍ਰੈਕਟੀਕਲ ਜੀਵਨ ਸਾਡੇ ਪਿੰਡਾਂ ਥਾਈਂ ਸਭ ਪਾਸੇ ਇਹ ਚੀਜ਼ ਵਿਆਪ ਰਹੀ ਹੈ। ਇਹਦੋਂ ਕੋਈ ਇਨਕਾਰ ਨਾ ਕਰੇ,
मैं भी ਵਿੱਚ ਹੀ ਹਾਂ ਉਹਦੇ, ਮੈਂ ਕੋਈ ਵੱਖਰਾ ਨਹੀਂ ਹੈ ਇਸ ਦੁਨੀਆ 'ਚ ਹੀ, ਮੇਰੇ ਨਾਲ ਇਹੀ ਸਰੀਰ ਹੈ, ਉਹੀ ਸਰੀਰ ਦੀ ਜਿਹੜੀ ਜ਼ਰੂਰਤ ਹੈ, ਜਿਹੜਾ ਧਿਆਨ ਹੈ, ਉਹ ਬਹੁਤ ਜ਼ਿਆਦਾ ਸਾਡਾ ਉਸ ਪਾਸੇ ਆਉਂਦਾ। ਵਿਰਲਾ ਕੋਈ ਬਚ ਸਕਦਾ ਹੈ। ਹਾਂ, ਬੰਦੇ ਨੂੰ ਸਮਝ ਹੈ, ਜਾਨਵਰ ਨੂੰ ਸਮਝ ਨਹੀਂ ਹੈ। ਜਿਹੜੀ ਜਿਹੜੀ ਇਹ ਕਾਮ ਦੀ ਗੱਲ ਕੀਤੀ ਹੈ, ਆਪਾਂ ਫਿਰ ਕਦੇ ਐਸੇ ਵਿਸ਼ਾ ਲਾਵਾਂਗੇ। ਕਬੀਰ ਸਾਹਿਬ ਕਹਿੰਦੇ ਕਿ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ ਚਲਤ ਰਚਿਓ ਜਗਦੀਸ਼। ਉਹ ਜਦੋਂ ਕਿਤੇ ਦੇਖੋ, ਇਹ ਖੋਜਾਂ ਕਰੋ ਸਾਰੀਆਂ, ਸਾਇੰਸ ਪੜ੍ਹੋ ਸਾਰੀ, ਵੀ ਜਿਹੜੀ ਜਾਨਵਰ ਨੂੰ ਕਾਬੂ ਜਦੋਂ ਕਰਨਾ, ਜਦੋਂ ਹਾਥੀ ਨੂੰ ਫੜਨਾ, ਹਾਥੀ ਹੁਣ ਬਹੁਤ ਵੱਡਾ ਉਹਦਾ ਸਰੀਰ ਹੈ, ਬੰਦਾ ਜਿਹੜਾ ਬੜਾ ਨਿੱਕਾ ਜਿਹਾ ਉਹਦੇ ਸਾਹਮਣੇ, ਤੇ ਜਦੋਂ ਉਹਨੂੰ ਕਾਬੂ ਕਰਨਾ ਹੈ, ਬੰਦੇ ਦਾ ਦਿਮਾਗ ਦੇਖੋ ਵੀ ਇੱਕ ਕਾਲ ਬੂਤ ਕੀ ਇੱਕ ਨਕਲੀ ਹਥਨੀ ਬਣਾ ਕੇ ਖੜੀ ਕੀਤੀ ਜਾਂਦੀ ਹੈ। ਔਰ ਉਹ ਖੜੀ ਕਿੱਥੇ ਕੀਤੀ ਜਾਂਦੀ ਹੈ? ਬਹੁਤ ਵੱਡਾ ਟੋਇਆ ਪੁੱਟਿਆ ਜਾਂਦਾ ਹੈ, ਔਰ ਟੋਏ ਦੇ ਉੱਤੇ ਜਿਹੜਾ ਉਹ ਘਾਹ ਫੂਸ ਜਿਹੜਾ ਨਾ, ਉਹ ਪੋਲਾ-ਪੋਲਾ ਇੱਕ ਤਹਿ ਜਿਹੀ ਲਾ ਦਿੱਤੀ ਜਾਂਦੀ ਹੈ ਕਿ ਜਦੋਂ ਉਸ ਦੇ ਉੱਤੇ ਭਾਰ ਪੈਂਦਾ ਤੇ ਹਾਥੀ ਥੱਲੇ ਡਿੱਗ ਜਾਂਦਾ। ਉਹ ਹਥਨੀ ਜਿਹੜੀ ਹੈ ਕਾਲ-ਬੂਤ ਦੀ ਨਕਲੀ, ਉਹ ਉੱਥੇ ਖੜੀ ਕੀਤੀ ਜਾਂਦੀ ਹੈ ਤੇ ਹਾਥੀ ਅਟਰੈਕਟ ਹੋ ਕੇ ਉਸ ਹਥਨੀ ਵਾਲੇ ਪਾਸੇ ਆਉਂਦਾ। ਔਰ ਜਦੋਂ ਉਹਦਾ ਪੈਰ ਉਹ ਟੋਏ ਦੇ ਉੱਤੇ, ਜਿਹੜੀ ਛੰਨ ਜਿਹੀ ਪਾਈ ਹੁੰਦੀ ਹੈ ਸੁੱਕੇ ਘਾਹ ਦੀ, ਜਦੋਂ ਉਹਦਾ ਪੈਰ ਉੱਥੇ ਪੈਂਦਾ ਤੇ ਉਹ ਟੋਏ 'ਚ ਡਿੱਗ ਪੈਂਦਾ। ਫਿਰ ਕਈ ਦਿਨ ਉਹਨੂੰ ਭੁੱਖਾ ਰੱਖਦੇ ਉੱਥੇ ਟੋਏ 'ਚ। ਜਦੋਂ ਐਨ ਸਰੀਰ ਦੀ ਉਹਦੀ ਸੱਤਿਆ ਖਤਮ ਹੋ ਜਾਂਦੀ ਹੈ, ਉਦੋਂ ਉਹਨੂੰ ਫਿਰ ਪਾ ਕੇ ਸੰਗਲ ਰੱਸੇ ਉਹਨੂੰ ਫਿਰ ਕਾਬੂ ਕਰਕੇ ਕੱਢਦੇ ਆ। ਕਹਿੰਦੇ ਕਾਮ ਸਵਾਏ ਗਜ ਬਸ ਪਰੇ ਮਨ ਬੌਰਾ ਰੇ ਅੰਕਸ ਸਹਿਓ ਸੀਸ। ਅੰਕਸ ਇੱਕ ਐਸਾ ਹਾਥੀ ਨੂੰ ਡਰਾਈਵ ਕਰਨ ਵਾਲਾ ਹਥਿਆਰ ਹੁੰਦਾ, ਇੱਕ ਸੂਆ ਜਿਹਾ ਹੁੰਦਾ ਤਕਰੀਬਨ 9-10 ਇੰਚ ਲੰਮਾ, ਔਰ ਉਹਦੇ ਹਾਥੀ ਦੇ ਸਿਰ 'ਚ ਮਾਰ-ਮਾਰ ਕੇ ਉਹਨੂੰ ਫਿਰ ਕੰਟਰੋਲ ਕੀਤਾ ਜਾਂਦਾ ਵੀ ਸੱਜੇ ਨੂੰ ਮੁੜਨਾ, ਖੱਬੇ ਨੂੰ ਮੁੜਨਾ, ਉਹਨੂੰ ਕਹਿੰਦੇ ਅੰਕਸ। ਇਹ ਜ਼ਿਕਰ ਆਪਾਂ ਕਰਾਂਗੇ। ਔਰ ਇਹ ਗੱਲ ਮੈਂ ਉਹ ਕਰ ਰਿਹਾ ਸੀ ਵੀ ਬੰਦਾ, ਇਹ ਜਿਹੜੇ ਅਲੱਗ-ਅਲੱਗ ਰੋਗ ਨੇ, ਕਾਮ ਦਾ ਰੋਗ ਹੁਣ ਹਾਥੀ ਨੂੰ ਲੱਗਿਆ, ਲਾਲਚ ਦਾ ਰੋਗ ਜਿਹੜਾ ਉਹ ਬਾਂਦਰ ਨੂੰ ਲੱਗਿਆ, ਉਸ ਤੋਂ ਬਾਅਦ ਸੁਹੱਪਣ ਦਾ ਜਿਹੜਾ ਰੋਗ ਹੈ, ਕਿ ਮੈਂ ਬਹੁਤ ਸੋਹਣਾ ਲੱਗ ਰਿਹਾ, ਉਹ ਤੋਤੇ ਦੀ ਐਗਜ਼ਾਮਪਲ ਲਈ ਹੈ। ਤੋਤਾ ਆਪਣੇ ਆਪ ਨੂੰ ਜਾਨਵਰ, ਮਤਲਬ ਉਹਦਾ ਇੰਨੀ ਉਹਦੀ ਉਹਦੇ ਰੰਗਾਂ ਦੀ, ਚੁੰਝ ਦੀ ਇੰਨੀ ਉਹਦੀ ਅਟਰੈਕਸ਼ਨ ਹੁੰਦੀ ਹੈ ਕਿ ਉਹ ਆਪਣੇ ਸੁਹੱਪਣ ਕਰਕੇ ਹੀ ਕਾਬੂ ਆ ਜਾਂਦਾ। ਅੱਛਾ, ਫਿਰ ਬੰਦੇ ਨੂੰ ਫਿਰ ਅਖੀਰ ਤੇ ਉਹਨਾਂ ਨੇ ਸ਼ਬਦ 'ਚ ਪਤਾ ਕੀ ਕਿਹਾ? ਸਾਰੇ ਜ਼ਿਕਰ ਕਰਕੇ ਹਾਥੀ ਦਾ, ਬਾਂਦਰ ਦਾ, ਤੋਤੇ ਦਾ, ਅਖੀਰ ਤੇ ਉਹਨਾਂ ਨੇ ਕਿਹਾ ਕਿ ਨਹਾਵਣ ਕੋ ਤੀਰਥ ਘਨੇ। ਬੰਦਾ ਸੋਚਦਾ ਵੀ ਤੀਰਥ ਤੇ ਨਹਾ ਕੇ ਮੈਂ ਪਾਪ ਕਾਟੂ, ਏਦਾਂ ਹੀ ਸੀ ਪਹਿਲਾਂ ਸਿਸਟਮ, ਜਿਹੜਾ ਸਨਾਤਨੀ ਸਿਸਟਮ ਚੱਲਦਾ ਸੀ, ਉਹ ਨਹਾਉਣ ਧੋਣ ਦਾ, ਤੀਰਥ ਯਾਤਰਾ ਦਾ ਸਿਸਟਮ ਸੀ। ਸਾਡੇ ਵੀ ਨਿਰਮਲਿਆਂ ਨੇ ਉਹੀ ਪਖੰਡ ਸਾਡੇ ਸ਼ੁਰੂ ਕਰ ਦਿੱਤਾ। ਦੇ ਗੁਰਦੁਆਰੇ ਤੇ ਗੁਰਦੁਆਰਾ ਚੜਾਇਆ ਪਿਆ, ਇੰਨੇ ਨੰਬਰ ਗੁਰਦੁਆਰੇ ਦੇ ਦੱਸ ਨਹੀਂ ਸਕਦੇ, ਆਹ ਇਤਿਹਾਸ ਆ ਜੀ, ਆਹ ਫਲਾਣਾ ਉਹ ਭਾਈ ਕੀ ਕਰੀਏ? ਜਦੋਂ ਸਾਡੀ ਆਤਮਿਕ ਅਵਸਥਾ ਹੀ ਨਹੀਂ ਹੈਗੀ, ਅਸੀਂ ਗੁਰਦੁਆਰੇ ਨੂੰ ਕੀ ਕਰਾਂਗੇ? ਸਾਨੂੰ ਗੁਰਦੁਆਰੇ ਨੇ ਜਿਹੜਾ ਫਾਇਦਾ ਦੇਣਾ ਸੀ, ਜਿੱਥੇ ਜਾ ਕੇ ਅਸੀਂ ਗਿਆਨ ਲੈਣਾ ਸੀ, ਉਹ ਸਗੋਂ ਉਲਟਾ ਸਾਨੂੰ ਉਹਨਾਂ ਨੇ ਭਰਮਾਂ 'ਚ ਰੋੜ ਦਿੱਤਾ। ਨਾਵਨ ਕੋ ਤੀਰਥ ਘਨੇ ਮਨ ਬੌਰਾ ਰੇ ਪੂਜਨ ਕੋ ਬਹੁ ਦੇਵ। ਕਹਿੰਦੇ ਕਹੋ ਕਬੀਰ ਛੂਟਨ ਨਹੀਂ ਮਨ ਬੌਰਾ ਰੇ ਛੂਟਨ ਹਰ ਕੀ ਸੇਵ। ਕਹਿੰਦੇ ਇਹ ਅਕਾਲ ਪੁਰਖ ਦੀ ਸੇਵਾ ਕਰਕੇ ਛੁਟਕਾਰਾ ਹੋਣਾ, ਇਹ ਇਸ ਤਰ੍ਹਾਂ ਨਹੀਂ ਛੁੱਟ ਸਕਦਾ। ਸੋ ਆ ਹੈ ਮਰਨਾ, ਗੁਰ ਕੇ ਸ਼ਬਦ ਦੇ ਜ਼ਰੀਏ, ਸ਼ਬਦ ਨੂੰ ਜਪ ਕੇ ਮਰਨਾ, ਉਹਦੇ ਆਪਣੇ ਸਰੀਰ ਦੇ ਅੰਦਰੋਂ ਕਾਮ ਦਾ ਰੋਗ ਖਤਮ ਕਰਨਾ, ਕ੍ਰੋਧ ਖਤਮ ਕਰਨਾ, ਲੋਭ, ਮੋਹ, ਹੰਕਾਰ ਖਤਮ ਕਰਨਾ। ਇਹ ਜ਼ੀਰੋ ਕਰਨਾ ਪਊਗਾ ਇਹਦਾ ਲੈਵਲ। ਇਹਨੂੰ ਕਹਿੰਦੇ ਆ ਮਰ ਕੇ ਜਿਉਣਾ। ਇਹ ਹੈ ਮਰ ਕੇ ਜਿਉਣਾ, ਜਿਹੜਾ ਗੁਰਬਾਣੀ 'ਚ ਆਪਾਂ ਨੂੰ ਬਾਰ-ਬਾਰ ਇਹ ਐਗਜ਼ਾਮਪਲ ਲਈ ਗਈ ਹੈ। ਸੋ ਪਾਏ ਮੋਖ ਦੁਆਰ। ਮੁਕਤ ਪਦਾਰਥ ਤੱਕ, ਤੀਜੀ ਅਵਸਥਾ ਤੱਕ ਉਹ ਫਿਰ ਪਹੁੰਚਦਾ। ਠੀਕ ਹੈ, ਅੱਗੇ ਚਲੋ। ਬਿਨ ਸ਼ਬਦ ਹੈ ਸਭ ਦੂਜੈ ਲਾਗੇ, ਦੇਖੋ ਹਿਰਦੈ ਵਿਚਾਰ, ਨਾਨਕ ਵੱਡੇ ਸੇ ਵਡਭਾਗੀ, ਜਿਨੀ ਸੱਚ ਰੱਖਿਆ ਅਵਤਾਰ। ਹਮੇਸ਼ਾ ਜਿਹੜੀ ਉਸਤਤ ਹੈ ਉਹ ਨਾਮ ਜਪਣ ਵਾਲਿਆਂ ਦੀ ਹੋਏਗੀ, ਜਿਨ੍ਹਾਂ ਨੇ ਸੱਚ ਆਪਣੇ ਅੰਦਰ, ਹਿਰਦੇ ਦੇ ਅੰਦਰ ਵਸਾਇਆ, ਨਾਮ ਜਪ ਕੇ ਜਿਹੜੇ ਅਭਿਆਸ ਕਰ ਚੁੱਕੇ, ਜਾਂ ਜਿਹੜੇ ਐਸ ਬੰਨੇ ਵੱਲ ਨੂੰ ਲੱਗ ਗਏ ਨੇ, ਉਹ ਹੀ ਵਡਭਾਗੀ ਨੇ, ਉਹ ਹੀ ਵੱਡੇ ਨੇ। ਇਹ ਗੱਲ ਧਿਆਨ 'ਚ ਲੈ ਆਓ, ਆਪਣੀ ਵੋਕੈਬਲਰੀ ਠੀਕ ਕਰ ਲਓ। ਵਡਭਾਗੀ ਹੈ ਨਾ, ਬਿਨ ਭਾਗਾਂ ਸਤ ਸੰਗ ਨਾ ਲੱਭੈ। ਇਹ ਬੜਾ ਸ਼ਬਦ ਪੜ੍ਹਿਆ ਉਹਨਾਂ ਨੇ, ਰਾਗੀ ਪੁਰਾਣੇ, ਆਪਾਂ ਛੋਟੇ ਹੁੰਦੇ ਸੁਣਦੇ ਆਏ ਹਾਂ ਸ਼ਬਦ, ਪੜ੍ਹਦੇ ਵੀ ਆਏ ਹਾਂ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜਾ ਜੀਓ।
ਹੁਣ ਇਹ ਸੰਗਤ ਦਾ ਹੀ ਨਹੀਂ ਪਤਾ ਲੱਗਦਾ। ਸੰਗਤ ਤੋਂ ਬਿਨਾਂ ਕਹਿੰਦੇ ਮੈਲ, ਉਹ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ। ਸਭ ਤੋਂ ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀਸਾਰ। ਇੱਕ ਅਭਿਆਸੀ ਤੇ ਅਭਿਆਸੀ ਕੀ ਸੰਗਤ ਕਰਦਾ? ਅਠੋ ਪੈਰ ਨਾਮ ਦੀ ਸੰਗਤ ਕਰਦਾ। ਹੁਣ ਇੱਥੇ ਵੀ ਵਡਭਾਗੀ ਆ ਰਿਹਾ ਹੈ, ਵੱਡੇ ਆ ਰਿਹਾ ਲਫ਼ਜ਼, ਜਿੰਨੀ ਸੱਚ ਰੱਖਿਆ ਔਰ ਧਾਰ। ਜਿਹੜੇ ਨਾਮ ਜਪਦੇ ਆ ਉਹ ਹੀ ਵੱਡੇ ਭਾਗਾਂ ਵਾਲੇ ਆ। ਕਿ ਬਾਹਰੀ ਸੰਗਤ ਵੀ ਜ਼ਰੂਰੀ ਹੈ। ਜਿੱਥੇ ਅਸੀਂ ਰਲ ਮਿਲ ਕੇ ਡਿਸਕਸ਼ਨ ਜਿੱਦਾਂ ਅੱਜ ਆਪਾਂ ਕਰ ਰਹੇ ਹਾਂ, ਇਹ ਹੈ ਸੰਗਤ। ਜਦੋਂ ਆਪਾਂ ਗੁਰਬਾਣੀ ਬੈਠ ਕੇ ਇੱਕ ਥਾਂ ਵਿਚਾਰਦੇ ਹਾਂ, ਅੱਗੇ ਆਪਾਂ ਗੁਰਦੁਆਰਿਆਂ 'ਚ ਬੈਠ ਕੇ ਕਰਦੇ ਸੀ, ਹੁੰਦਾ ਤੇ ਨਹੀਂ ਸੀਗਾ। ਆਪਾਂ ਸਮਝਦੇ ਸੀ ਕਿ ਅਸੀਂ ਗੁਰਦੁਆਰੇ ਜਾ ਕੇ ਵਿਚਾਰ ਕਰਕੇ, ਪਰ ਉੱਥੇ ਉਦਾਂ ਹੀ ਦਾਲ ਦੂਲ ਮਾਂਹ ਦੀ ਆਪਾਂ ਰੱਜ ਕੇ ਭਰ ਕੇ ਬਾਟੇ ਖਾ ਕੇ ਆ ਜਾਣਾ, ਮੁੜ ਕੇ ਆ ਕੇ ਸੌਂ ਜਾਣਾ ਘਰ, ਤੇ ਚਿੱਤ ਚੇਤਨ ਰਹਿਣਾ ਵੀ ਅੱਜ ਗੁਰਦੁਆਰੇ ਗੱਲ ਕੀ ਹੋਈ ਸੀ, ਭਾਈ ਸਾਹਿਬ ਨੇ ਸ਼ਬਦ ਕਿਹੜਾ ਪੜ੍ਹਿਆ ਸੀ, ਇਹਦੇ ਬਾਰੇ ਵੀ ਪਤਾ ਨਹੀਂ ਹੁੰਦਾ ਸਾਨੂੰ। ਸੋ ਆਹ ਗੱਲਾਂ ਜਿਹੜੀਆਂ ਵੋਕੈਬਲਰੀ, ਇਹ ਹੁਣ ਵਰਚੁਅਲ ਅਸੀਂ ਕਰ ਰਹੇ ਹਾਂ। ਇਹ ਹੈ ਸੰਗਤ। ਆਪਾਂ ਸਾਰੇ ਆਪਣਾ ਧਿਆਨ ਹੈ ਸੁਣਨ ਦੇ ਵਿੱਚ। ਆਪਾਂ ਆਪਣੇ ਘਰ ਬੈਠੇ ਹਾਂ, ਈਜ਼ੀ ਹੈ, ਬਹੁਤ ਸੌਖਾ। ਘੰਟਾ ਇੱਕ ਦੇਣਾ, ਅੱਧਾ ਘੰਟਾ ਦੇਣਾ, ਆਪਾਂ ਦਈਏ। ਆਪਣੀ ਸੰਗਤ ਹੋ ਗਈ ਹੈ, ਗੁਰਬਾਣੀ ਦੀਆਂ ਗੱਲਾਂ ਅਸੀਂ ਕੀਤੀਆਂ ਨੇ, ਔਰ ਉਹ ਗੱਲਾਂ ਦਾ ਸਾਡੇ ਤੇ ਅਸਰ ਹੋਏਗਾ। ਗੱਲਾਂ ਨੂੰ ਅਸੀਂ ਫੋਲੋ ਕਰਾਂਗੇ ਤੇ ਅਸੀਂ ਅਭਿਆਸੀ ਬਣ ਜਾਵਾਂਗੇ ਨਾਲ। ਅੱਗੇ ਚੱਲੀਏ ਜੀ, ਪਦਾ ਨੰਬਰ 35। ਇੱਥੋਂ ਸਾਡੀ ਅੱਜ ਸ਼ੁਰੂਆਤ ਹੋਣੀ। ਬੜਾ ਬੜਾ ਸਿੰਪਲ ਹੋ ਜਾਏਗਾ ਹੁਣ, ਕਿਉਂਕਿ ਸਾਡੀ ਵੋਕੈਬਲਰੀ ਟਰਮੀਨੋਲੋਜੀ ਸਾਡੀ ਠੀਕ ਹੋ ਗਈ ਹੈ। ਬੜਾ ਸਿੰਪਲ ਹੋ ਜਾਏਗਾ। ਦੇਖੋ, ਗੁਰਮੁਖੇ ਰਤਨ ਰਹਿ ਲਿਵ ਲਾਏ। ਹੁਣ ਜਿਹੜਾ ਗੁਰਮੁਖ ਸਿਸਟਮ ਦੇ ਵਿੱਚ ਆ ਗਿਆ, ਜਿਹਨੇ ਗੁਰਮੁਖ ਸਿਸਟਮ ਨੂੰ ਅਪਣਾ ਲਿਆ, ਇਹ ਹੁਣ ਪਦਾਰਥ ਦੀ ਗੱਲ ਕੀਤੀ ਹੈ, ਨਾਮ ਪਦਾਰਥ, ਰਤਨ ਪਦਾਰਥ, ਸਤ ਪਦਾਰਥ, ਰਾਮ ਪਦਾਰਥ ਹੈ, ਇਹ ਸਾਰਾ ਇੱਕੋ ਮੀਨਿੰਗ ਹੈ। ਇਹ ਰਤਨ ਦੇ ਨੰਨੇ ਨੂੰ ਔਂਕੜ ਹੈ। ਰਤਨ ਦਾ ਮਤਲਬ ਹੁੰਦਾ ਹੀਰਾ, ਪਰ ਜਦੋਂ ਨੰਨੇ ਨੂੰ ਔਂਕੜ ਲੱਗ ਗਿਆ ਅਧਿਆਤਮ ਦੇ ਵਿੱਚ, ਇਸ ਨੂੰ ਕਹਿਤਾ ਨਾਮ। ਦੇਖੋ, ਇੱਕੋ ਮੀਨਿੰਗ ਹੈ, ਇੱਕੋ ਲਫ਼ਜ਼ ਹੈ, ਔਰ ਗੁਰੂ ਸਾਹਿਬਾਨ ਨੇ ਲਿਖਣ ਵਾਲੀ ਕਮਾਲ ਕਰ ਦਿੱਤੀ ਹੈ, ਗਿਆਨ ਵਾਲੀ ਕਮਾਲ ਕਰ ਦਿੱਤੀ ਹੈ, ਵੀ ਉਹਨੂੰ ਨਾਮ ਦੇ ਨਾਲ ਸਿੰਪਲੀ ਦੇ ਕੇ ਉਹ ਲਫ਼ਜ਼ ਉੱਥੇ ਬਣਾਤਾ। ਗੁਰਮੁਖੇ ਗੁਰੂ ਦੇ ਜ਼ਰੀਏ ਰਤਨ ਲਹਿ ਲਿਵ ਲਾਏ। ਲਿਵ, ਲਿਵ ਦੀ ਅਵਸਥਾ ਕੀ ਹੈ? ਟੋਟਲ ਡਿਟੈਚਮੈਂਟ। ਲਿਵ ਉਹਨੂੰ ਕਹਿੰਦੇ ਆ, ਲਿਵ ਕੋਈ ਅੱਖਾਂ ਬੰਦ ਕਰਕੇ ਜਾਂ ਚੜਾ ਕੇ ਜਾਂ ਚੌਂਕੜਾ ਮਾਰ ਕੇ ਗੋਡਿਆਂ ਤੇ ਹੱਥ ਰੱਖ ਕੇ ਬੈਠਾ, ਉਹ ਨਹੀਂ ਹੈ ਲਿਵ ਧਾਰੀ। ਲਿਵ ਅੱਠੋਂ ਪੈਰ ਚੱਲਦੀ ਹੈ, ਔਰ ਲਿਵ ਦਾ ਮਤਲਬ ਹੈ ਜਦੋਂ ਤੁਸੀਂ ਇੱਕ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਟੋਟਲ ਡਿਟੈਚਡ ਹੋ ਗਏ। ਜਦੋਂ ਟੋਟਲ ਡਿਟੈਚਡ ਹੋ ਗਏ, ਕਰਮਖੰਡ ਦੇ ਵਿੱਚ ਅਵਸਥਾ ਆਏਗੀ ਤੁਹਾਡੀ, ਔਰ ਉੱਥੇ ਨਾਮ ਪਦਾਰਥ। ਮੁਕਤ ਤੋਂ ਬਾਅਦ, ਕਿਉਂਕਿ ਮੁਕਤ ਹੋ ਗਏ ਨਾ, ਕੋਈ ਵਿਚਾਰ ਨਹੀਂ ਰਿਹਾ ਅੰਦਰ, ਕੋਈ ਮੈਲ ਨਹੀਂ ਰਹੀ ਅੰਦਰ, ਪੰਜਾਂ ਦੀ ਮਾਇਆ ਦਾ ਕੋਈ ਪ੍ਰਭਾਵ ਨਹੀਂ ਰਿਹਾ। ਅੱਗੇ ਗੁਰਮੁਖ ਪਰਖੈ ਰਤਨ ਸੁਭਾਏ। ਹੁਣ ਉਸੇ ਸਿਸਟਮ ਦੇ ਜ਼ਰੀਏ ਉਸ ਨਾਮ ਦਾ ਸਿੱਖ ਅਭਿਆਸੀ ਪਾਰਖੂ ਬਣ ਗਿਆ। ਉਹਨੂੰ ਪਤਾ ਲੱਗ ਗਿਆ, ਉਹਨੇ ਉਹ ਚੀਜ਼ ਜਿਹੜੀ ਹੈ ਪ੍ਰੈਕਟੀਕਲ ਕਰਕੇ ਦੇਖ ਲਈ, ਬੜੇ ਆਰਾਮ ਦੇ ਨਾਲ। ਆਪਣੇ ਘਰ ਬੈਠਿਆਂ ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ, ਕਮਾਈ ਕਰਕੇ। ਫਿਰ ਉਸੇ ਸਿਸਟਮ ਦੇ ਜ਼ਰੀਏ ਉਹਨੇ ਸੱਚ ਦੀ ਇੱਕੋ ਗੱਲ ਹੋ ਰਹੀ ਹੈ, ਗੱਲ ਸਿਰਫ ਤੇ ਸਿਰਫ ਨਾਮ ਦੀ ਕਮਾਈ ਦੀ ਗੱਲ ਹੋ ਰਹੀ ਹੈ। ਪਾਰਖੂ ਬਣਿਆ, ਪਹਿਲਾਂ ਇੰਪੋਰਟੈਂਟ ਕੀ ਹੈ? ਲਿਵ ਲੱਗੀ, ਉਸ ਸਿਸਟਮ ਦੇ ਜ਼ਰੀਏ ਉਹਦੀ ਲਿਵ ਲੱਗੀ, ਟੋਟਲ ਡਿਟੈਚ ਹੋ ਗਿਆ ਉਹ। ਫਿਰ ਉਸ ਨਾਮ ਪਦਾਰਥ ਤੱਕ, ਚੌਥੀ ਅਵਸਥਾ ਤੱਕ ਉਹ ਪਹੁੰਚਾ। ਚੌਥੀ ਅਵਸਥਾ 'ਚ ਪਹੁੰਚ ਕੇ ਫਿਰ ਉਹ ਇਹਦਾ ਟੀਕਾ ਨਹੀਂ ਕਰਨ ਲੱਗ ਗਿਆ ਗੁਰੂ ਗ੍ਰੰਥ ਸਾਹਿਬ ਦਾ ਜਾਂ ਹੋਰ ਚੀਜ਼ਾਂ ਦਾ। ਉਹ ਕੀ ਕਰਨ ਲੱਗ ਗਿਆ? ਉਸੇ ਸਿਸਟਮ ਦੇ ਅਧੀਨ ਸਾਚੀਕਾਰ ਕਮਾਏ। ਇਹ ਕਈ ਕਈ ਦੇਖੋ, ਕਈ ਸੁਣ ਕੇ ਅੱਗੇ ਉਦਾਂ ਦੀ ਵਿਚਾਰ ਦੇਣ ਦੀ ਟਰਾਈ ਕਰਦੇ ਆ, ਉਦਾਂ ਦਾ ਉਹਨਾਂ ਨੂੰ ਮਤਲਬ ਗੁਰਸਿੱਖਾਂ ਨੂੰ ਕਾਪੀ ਕਰਕੇ ਉਸ ਤਰ੍ਹਾਂ ਦਾ ਗੱਲਾਂ ਕਰਦੇ, ਜਾਂ ਕਿਤਾਬਾਂ ਪੜ੍ਹ ਕੇ ਅੱਗੇ ਗਿਆਨ ਵੰਡਦੇ ਆ। ਠੀਕ ਹੈ, ਇਹ ਦੁਨਿਆਵੀ ਲੈਵਲ ਤੱਕ ਠੀਕ ਹੈ,
लेकिन अध्यात्म तक उस वेले तक किताबां दा ज्ञान जिहड़ा ਉਹ ਅਧੂਰਾ ਹੋ ਜਾਏਗਾ ਜਦੋਂ ਅਧਿਆਤਮ ਦੀ ਗੱਲ ਆਪਾਂ ਕਰਾਂਗੇ। ਜੇ ਪ੍ਰੈਕਟੀਕਲ ਚੀਜ਼ ਤੁਹਾਡੀ ਨਹੀਂ ਹੋਏਗੀ, ਜੇ ਪ੍ਰੈਕਟੀਕਲ ਅਵਸਥਾ ਤੁਹਾਡੀ ਨਹੀਂ ਹੋਏਗੀ, ਐਕਸਪਲੇਨ ਨਹੀਂ ਕਰ ਪਾਓਗੇ, ਦੁਨੀਆ ਦੇ ਉੱਤੇ ਉਸ ਗੱਲ ਦਾ ਕੋਈ ਅਸਰ ਨਹੀਂ ਹੋਏਗਾ। ਗੌੜੀ ਸੁਖਮਨੀ 'ਚ ਇੱਕ ਲਾਈਨ ਆਉਂਦੀ ਹੈ, ਜਿਸ ਮਨ ਬਸੈ ਆਪ ਨਿਰੰਕਾਰ ਤਿਸ ਕੀ ਸੀਖ ਧਰੈ ਸੰਸਾਰ। ਤੇ ਹੁਣ ਇੱਥੋਂ ਲਾ ਲਓ, ਐਨਾਲਿਸਿਸ ਕਰ ਲਓ ਕਿ ਅਸੀਂ ਸਿੱਖਿਆ ਦੇ ਨਾਲ ਕਿੰਨਾ ਕੁ ਤਰੇ ਹਾਂ। ਅਸੀਂ ਪਿਛਲੇ 40-50 ਸਾਲ ਤੋਂ ਇਹ ਸਿੱਖਿਆ ਲੈ ਰਹੇ ਹਾਂ, ਗੁਰਦੁਆਰੇ 'ਚ ਕੀਰਤਨ ਕਰ ਰਹੇ ਹਾਂ, ਮਾਰ ਦੀਵਾਨ ਤੇ ਦੀਵਾਨ ਲੱਗਦਾ, ਆਏ ਹਫ਼ਤੇ ਕੋਈ ਬੁੱਧਵਾਰ ਦਾ ਕੀਰਤਨ, ਕਿਤੇ ਸ਼ੁੱਕਰਵਾਰ ਦਾ ਕੀਰਤਨ, ਕਿਤੇ ਐਤਵਾਰ ਦਾ ਦੀਵਾਨ, ਅੰਤ ਹੀ ਨਹੀਂ ਕੋਈ। ਪਰ ਅਸੀਂ ਪਹੁੰਚੇ ਕਿੱਥੇ ਆ? ਕਹਿੰਦੇ ਗੁਰਮੁਖੇ ਸਾਚੇ ਮਨ ਪਤੀਐ। ਮਨ ਜਿਹੜਾ ਹੁਣ ਪਤੀਜ ਗਿਆ, ਜਦੋਂ ਲਿਵ ਲੱਗ ਗਈ, ਉਸ ਨਾਮ ਦੇ ਪਾਰਖੂ ਬਣ ਗਏ, ਉਹ ਪਾਰਖੂ ਬਣਨ ਤੋਂ ਬਾਅਦ ਵੀ ਉਸ ਸੱਚੀ ਕਾਰ ਦੇ ਵਿੱਚ ਲੱਗੇ ਆ, ਫਿਰ ਮਨ ਜਿਹੜਾ ਪਤੀਜ ਜਾਂਦਾ। ਗੁਰਮੁਖੇ ਅਲਖ ਲਖਾਏ ਤਿਸ ਭਾਵੈ। ਨਾਨਕ ਗੁਰਮੁਖੇ ਚੋਟ ਨਾ ਖਾਵੇ। ਉਸੇ ਸਿਸਟਮ ਦੇ ਅਧੀਨ ਉਸ ਅਲਖ ਦੇ ਗੁਣਾਂ ਦਾ ਉਹ ਗਿਆਤਾ ਹੋ ਜਾਂਦਾ ਅਭਿਆਸੀ। ਤੇ ਫਿਰ ਉਸੇ ਸਿਸਟਮ ਦੇ ਅਧੀਨ ਜਿਹੜਾ ਅਭਿਆਸੀ ਆ, ਉਹ ਮਾਇਆ ਉਹਨੂੰ ਫਿਰ ਕੋਈ ਚੋਟ ਨਹੀਂ ਕਰ ਸਕਦੀ। ਮਾਇਆ ਉਹਦੀ ਫਿਰ ਸੇਵਾਦਾਰਨੀ ਬਣ ਕੇ ਰਹਿੰਦੀ ਹੈ। ਇਹ ਵੀ ਚੀਜ਼ਾਂ ਆਈਆਂ ਨੇ ਗੁਰਬਾਣੀ 'ਚ, ਆਪਾਂ ਇਹਨਾਂ ਨੂੰ ਅੱਗੇ ਜਾ ਕੇ ਖੋਲਾਂਗੇ। ਉਹ ਫਿਰ ਮਾਇਆ ਉਹਨੂੰ ਫਿਰ ਪੋਹ ਨਹੀਂ ਸਕਦੀ, ਮਾਇਆ ਉਹਨੂੰ ਛੂਹ ਨਹੀਂ ਸਕਦੀ। ਮਾਇਆ ਆਪਣਾ ਪ੍ਰਭਾਵ ਜਿਹੜਾ ਉਸ ਗੁਰਮੁਖ ਸਿਸਟਮ ਦੇ ਅਧੀਨ ਜਿਹੜਾ ਗੁਰਸਿੱਖ ਚੱਲ ਰਿਹਾ, ਉਹਨੂੰ ਫਿਰ ਮਾਇਆ ਉਹਦਾ ਕੱਖ ਵੀ ਵਿਗਾੜ ਨਹੀਂ ਸਕਦੀ। ਇੱਕ ਵਾਰ ਮੈਂ ਬਿਲਕੁਲ ਇਹ ਬਾਰ-ਬਾਰ ਰਿਪੀਟ ਕਰਨਾ ਪੈਂਦਾ, ਪਤਾ ਨਹੀਂ ਕਿਸੇ ਨੇ ਕਿੱਥੋਂ ਸੁਣਨਾ, ਕਿੱਦਾਂ ਸੁਣਨਾ। ਗੁਰਮੁਖ ਖੱਖੇ ਨੂੰ ਸਿਹਾਰੀ, ਇਹ ਇੱਕ ਪ੍ਰਬੰਧ ਹੈ। ਇਹ ਇੱਕ ਅਕਾਲ ਪੁਰਖ ਨੂੰ ਮੰਨਣਾ, ਇੱਕ ਅਕਾਲ ਪੁਰਖ ਵਿੱਚ ਭਰੋਸਾ, ਇੱਕ ਅਕਾਲ ਪੁਰਖ ਤੋਂ ਦੀਖਿਤ ਹੋਣਾ, ਬੈਪਟਾਈਜ਼ਡ ਹੋਣਾ, ਔਰ ਇੱਕ ਅਕਾਲ ਪੁਰਖ ਦਾ ਜਪ ਕਰਨਾ। ਪਦਾ ਨੰਬਰ 36 ਗੁਰਮੁਖੇ ਨਾਮਦਾਨ ਇਸ਼ਨਾਨ। ਉਹ ਸਿਸਟਮ ਦੇ ਵਿੱਚ ਆ ਗਿਆ, ਉਸ ਸਿਸਟਮ ਦੇ ਵਿੱਚ ਆਉਣਾ ਹੀ ਉਹਦਾ ਨਾਮ ਜਪਣਾ ਹੈ। ਉਸ ਸਿਸਟਮ ਦੇ ਵਿੱਚ ਆਉਣਾ ਹੀ ਉਹਦਾ ਦਾਨ ਦੇਣਾ, ਕਿਉਂਕਿ ਦਾਨ ਦੇਣ ਦੀ ਬੜੀ ਪ੍ਰਥਾ ਸੀ ਸਨਾਤਨ ਦੇ ਵਿੱਚ। ਗਊਦਾਨ, ਭੂਮਦਾਨ, ਸਤਰੀ ਦਾਨ। ਉਹ ਲੋਕ ਜਨਾਨੀਆਂ, ਆਪਣੀਆਂ ਜਨਾਨੀਆਂ, ਘਰ ਦੀਆਂ ਜਨਾਨੀਆਂ ਦਾਨ ਕਰ ਦਿੰਦੇ ਸੀ ਬਾਹਮਣਾਂ ਨੂੰ। ਫਿਰ ਇੱਕ ਪਿਤਾ ਆਪਣੀ ਧੀ ਦਾ, ਜਿੱਦਾਂ ਹੁਣ ਕੰਨਿਆ ਦਾਨ, ਇਹ ਕੋਈ ਦਾਨ ਥੋੜੀ ਹੈ। ਇਹ ਗੁਰਮੁਖ ਸਿਸਟਮ ਦੀ ਜਿਹੜੀ ਬਾਬੇ ਨਾਨਕ ਦੇ ਘਰ ਦੀ ਗੱਲ ਹੈ, ਉਹ ਗੁਰਮੁਖ ਸਿਸਟਮ ਦੇ ਵਿੱਚ ਜਿਹੜਾ ਆ ਗਿਆ, ਉਹਨੂੰ ਇਕੁਅਲੀ ਉਹ ਚੀਜ਼ਾਂ ਸਾਰੀਆਂ ਆਪੇ ਮਿਲ ਗਈਆਂ। ਅਹਿਮੀਅਤ ਕੋਈ ਨਹੀਂ ਹੈ ਉਹਨਾਂ ਦੀ ਦੁਨਿਆਵੀ ਲੈਵਲ ਤੇ, ਲੇਕਿਨ ਜੇ ਸੋਚਦੇ ਆ, ਉਹ ਸਿਸਟਮ ਅਪਣਾਉਣ ਦੇ ਨਾਲ ਉਹ ਸਾਰਾ ਕੁਝ ਉਹਦਾ ਕਵਰ ਹੋ ਗਿਆ। ਹਾਥੀ ਦੇ ਪੈਰ 'ਚ ਸਾਰੇ ਪੈਰ ਆ ਗਏ। ਇਸ਼ਨਾਨ ਚੰਗੀ ਤਰ੍ਹਾਂ ਆਪਾਂ ਧੋ ਕੇ ਆਏ ਆ ਇਸ ਚੀਜ਼ ਨੂੰ, ਕਿ ਇਸ਼ਨਾਨ ਜਿਹੜਾ ਉਹ ਟੂਟੀ ਥੱਲੇ ਨਹਾਉਣ ਦੀ ਗੱਲ ਨਹੀਂ ਹੈ ਇੱਥੇ ਗੁਰਮੁਖ ਸਿਸਟਮ ਦੇ ਵਿੱਚ, ਜਾਂ ਕਿਸੇ ਖਾਸ ਮਾਨਸਰੋਵਰ 'ਚ ਨਹਾਉਣ ਦੀ ਗੱਲ ਨਹੀਂ ਹੈ। ਇਸ਼ਨਾਨ ਹੈ ਨਾਮ ਦਾ ਅਭਿਆਸ ਕਰਨਾ। ਇਸ ਤਰ੍ਹਾਂ ਬੜੇ ਸਿੰਪਲ ਲਫ਼ਜ਼ ਗੁਰਬਾਣੀ 'ਚ ਦੱਸੇ ਗਏ ਨੇ। ਅਸੀਂ ਪਹਿਲਾਂ ਉਹਨਾਂ ਨੂੰ ਕੋਸ਼ਿਸ਼ ਕਰ ਲਈਏ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠੇ ਹਰ ਨਾਮ ਧਿਆਵੈ। ਕਹਿੰਦੇ ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ। ਇੱਥੇ ਵੀ ਨੰਨੇ ਨੂੰ ਔਂਕੜ ਹੈ। ਇਸ਼ਨਾਨ ਕਰੇ ਅੰਮ੍ਰਿਤ ਸਭ। ਇੱਥੇ ਹੁਣ ਡੈਲਸ 'ਚ ਬੈਠਾ ਮੈਂ ਅੰਮ੍ਰਿਤਸਰ ਕਿੱਦਾਂ ਨਹਾ ਲੂੰ ਬਈ? ਹਾਂ, ਇੱਕ ਤਰੀਕਾ ਦੱਸਿਆ। ਕਹਿੰਦੇ ਉਦਮ ਕਰ, ਤੂੰ ਤੜਕੇ ਉੱਠ ਤੇ ਨਾਮ ਦਾ ਅਭਿਆਸ ਕਰ, ਇਹ ਤੇਰਾ ਇਕੁਇਵਲੈਂਟ ਹੋ ਜਾਏਗਾ ਉੱਥੇ ਦਾ ਇਸ਼ਨਾਨ। ਜੇ ਤੂੰ ਉਸ ਚੀਜ਼ ਨੂੰ ਮੰਨਦਾ ਕਿ ਉੱਥੇ ਇਸ਼ਨਾਨ ਕਰਨ ਦੇ ਨਾਲ ਮੈਨੂੰ ਮੇਰਾ ਕੋਈ ਧਾਰਮਿਕ ਕਾਰਜ ਸਿੱਧ ਹੋ ਰਿਹਾ, ਜਾਂ ਅਵਸਥਾ ਮੇਰੀ ਬਣ ਰਹੀ ਹੈ, ਤੂੰ ਇਸ਼ਨਾਨ ਹੀ ਕਰੀ ਜਾ ਆਪਣੇ ਘਰ, ਇੱਥੇ ਬੈਠਾ ਮਕੀਨੀ ਦੇ ਵਿੱਚ ਨਾਮ ਜਪੀ ਜਾ।
ਗੁਰਮੁਖ ਸਿਸਟਮ ਦੇ ਅੰਦਰ ਆ ਉਹ ਸਿਸਟਮ ਚਾਰ ਹੀ ਚੀਜ਼ਾਂ ਨੇ ਆਪਾਂ ਉਹ ਨਖੇੜਦੇ ਆ ਫਿਰ ਗੁਰਮੁਖੇ ਲਾਗੈ ਸਹਿਜੇ ਧਿਆਨ ਬਹੁਤ ਜਿਹੜੀ ਆ ਅਵਸਥਾ ਅਡੋਲ ਜਿਹੜੀ ਚੌਥੇ ਪਦ ਦੀ ਅਵਸਥਾ ਹੈ ਉਹ ਇਸ ਸਿਸਟਮ ਦੇ ਜ਼ਰੀਏ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਗੁਰਮੁਖੇ ਪਾਵੈ ਦਰਗਾਹ ਮਾਨ ਆ ਜਿਹੜੀ ਜੈਕਾਰ ਦੀ ਗੱਲ ਆਪਾਂ ਕਰਕੇ ਆਏ ਆ ਪਿੱਛੇ ਇਸੇ ਕਰਕੇ ਕੀਤੀ ਹੈ ਇਸੇ ਸਿਸਟਮ ਦੇ ਵਿੱਚ ਜੇ ਆਓਗੇ ਆ ਚਾਰ ਚੀਜ਼ਾਂ ਅਪਣਾ ਲਓਗੇ ਇੱਕ ਅਕਾਲ ਪੁਰਖ ਤੇ ਭਰੋਸਾ ਇੱਕ ਅਕਾਲ ਪੁਰਖ ਦੀ ਪ੍ਰਤੀਤ ਇੱਕ ਅਕਾਲ ਪੁਰਖ ਨੂੰ ਮੰਨਣਾ ਇੱਕ ਅਕਾਲ ਪੁਰਖ ਤੋਂ ਦੀਖਿਤ ਹੋਣਾ ਔਰ ਇੱਕ ਅਕਾਲ ਪੁਰਖ ਦਾ ਜਪ ਕਰਨਾ ਇਹ ਚਾਰੋਂ ਚੀਜ਼ਾਂ ਜਿਹੜੀਆਂ ਨੇ ਇਹ ਹੈ ਗੁਰਮੁਖ ਸਿਸਟਮ ਜੇ ਆਹ ਚੀਜ਼ਾਂ ਅਸੀਂ ਅਪਣਾ ਲਾਂਗੇ ਸਹਿਜ ਅਵਸਥਾ ਵੱਟ ਤੇ ਪਈ ਹੈ ਜਿੱਦਾਂ ਉਹ ਕਹਿੰਦੇ ਹੁੰਦੇ ਆ ਪੰਜਾਬ ਦੀ ਬੋਲੀ ਵੀ ਆ ਵੱਟ ਤੇ ਪਈ ਹੈ ਗੁਰਮੁਖੇ ਪਾਵੈ ਦਰਗਹ ਮਾਨ ਜਮਕਾਲ ਮਿਲੈ ਦੇ ਭੇਟ ਸੇਵਕ ਨਿਤ ਹੋਈ ਗੁਰਮੁਖੇ ਪਾਵੈ ਦਰਗਹ ਮਾਨ ਅੱਛਾ ਫਿਰ ਉੱਥੇ ਉਹ ਦਰਗਾਹ ਤੇ ਪੁੱਛ ਨਾ ਸਕੈ ਕੋਈ ਹਰ ਦਰ ਸਦ ਢੋਈ ਦਰਵਾਜ਼ੇ ਖੋਲ ਖੋਲ ਉਹਨਾਂ ਨੇ ਤਖਤ ਖੋਲ ਖੋਲ ਕੇ ਬਿਠਾਉਣਾ ਉੱਥੇ ਆਓ ਭਗਤ ਕਰਨੀ ਹੈ ਗੁਰਸਿੱਖ ਫਿਰ ਪੂਰੇ ਗੁਰ ਤੇ ਮਹਿਲ ਪਾਇਆ ਪਤ ਪ੍ਰਗਟ ਲੋਈ ਗੁਰਮੁਖੇ ਪਾਵੇ ਦਰਗਹਿ ਮਾਨ ਹੋਰ ਕਿਸ ਤਰ੍ਹਾਂ ਇਹਨੂੰ ਐਕਸਪਲੇਨ ਕਰੀਏ ਕਿੱਦਾਂ ਖੋਲੀਏ ਇਹ ਕੋਈ ਲਫ਼ਜ਼ ਨਹੀਂ ਇੰਨੇ ਹੀ ਸਿੰਪਲ ਲਫ਼ਜ਼ ਕਹਿ ਕੇ ਮੈਂ ਇਹ ਗੱਲ ਪੂਰੀ ਕਰ ਸਕਦਾ ਬਾਣੀ ਨੂੰ ਬਾਣੀ ਨਾਲ ਖੋਲਣਾ ਪਹਿਲਾਂ ਆਪਾਂ ਹਰੇਕ ਲਫ਼ਜ਼ ਨੂੰ ਸਹੀ ਸਹੀ ਉਹਨੂੰ ਮੀਨਿੰਗ ਦੇਣਾ ਇੱਕ ਸਮਝ ਲਓ ਕਿ ਇੱਕ ਸੂਖਸ਼ਮ ਹੈ ਇੱਕ ਸਾਨੂੰ ਦ੍ਰਿਸ਼ਟਮਾਨ ਹੈ ਉਹ ਅਸੀਂ ਉਸ ਚੀਜ਼ ਨੂੰ ਮਿਕਸ ਅਪ ਨਹੀਂ ਕਰਨਾ ਇੱਕ ਹਿਸਟਰੀ ਹੈ ਸਾਡੇ ਗੁਰੂ ਸਾਹਿਬਾਨਾਂ ਦੀ ਇੱਕ ਸਾਡੇ ਗੁਰੂ ਸਾਹਿਬਾਨਾਂ ਦਾ ਅਧਿਆਤਮ ਮਾਰਗ ਹੈ ਉਹਨੂੰ ਵੀ ਮਿਕਸ ਅਪ ਨਹੀਂ ਕਰਨਾ ਗੁਰਪੁਰਬ ਮਨਾਈ ਜਾਂਦੇ ਆ ਉਹ ਗੁਰਪੁਰਬ ਨਾ ਪਤਾ ਡੇਟ ਦਾ ਨਾ ਉਹ ਕੁਛ ਕਿੱਥੇ ਕਿੱਥੋਂ ਕਿੰਨੇ ਲਿਖਿਆ ਕਿੰਨੇ ਗਾਈਡ ਕੀਤਾ 3600 ਇਤਿਹਾਸ ਲਿਖਿਆ ਪਿਆ ਉਹ ਕਨਫਿਊਜ਼ ਹੋਏ ਪਏ ਉੱਥੇ ਹੀ ਲੜੀ ਜਾਂਦੇ ਆ ਉਹ ਕਹਿੰਦੇ ਨਹੀਂ ਅਸੀਂ ਠੀਕ ਆ ਉਹ ਕਹਿੰਦੇ ਨਹੀਂ ਅਸੀਂ ਇਹ ਕੀ ਹੈ ਇਹ ਗੁਰਸਿੱਖੀ ਹੈ ਇਹ ਗੁਰਮੁਖ ਸਿਸਟਮ ਹੈ ਫਿਰ ਗੁਰਮੁਖੇ ਭਉ ਭੰਜਨ ਪ੍ਰਧਾਨ ਉਸੇ ਸਿਸਟਮ ਦੇ ਅਧੀਨ ਗੁਰਸਿੱਖ ਜਿਹੜਾ ਉਸ ਅਕਾਲ ਪੁਰਖ ਨੂੰ ਭਉ ਭੰਜਨ ਜਿਹੜਾ ਸਾਨੂੰ ਜਨਮ ਮਰਨ ਤੋਂ ਮੁਕਤ ਕਰਦਾ ਭਉ ਜਿਹੜਾ ਸਾਨੂੰ ਭੌਣ ਨਹੀਂ ਦਿੰਦਾ ਜਨਮ ਮਰਨ ਦੇ ਗੇੜਿਆਂ ਚ ਨਹੀਂ ਇਹ ਕੋਈ ਡਰ ਨਹੀਂ ਹੈ ਭਉ ਡਰ ਇਹ ਕੀ ਗੱਲ ਕਿੱਥੋਂ ਇਹਨਾਂ ਨੇ ਕੱਢ ਲਿਆ ਵੀ ਨਿਰਭਉ ਨਿਰਵੈਰ ਕਦੇ ਉਧਰ ਵੱਲ ਨੂੰ ਵੀ ਹੋਵਾਂਗੇ ਚਲੋ ਵੱਖਰਾ ਵਿਸ਼ਾ ਇਹ ਭਉ ਭੰਜਨ ਪ੍ਰਧਾਨ ਅਕਾਲ ਪੁਰਖ ਪ੍ਰਧਾਨ ਜਿਹੜਾ ਨੰਨੇ ਨੂੰ ਔਂਕੜ ਹੈ ਇਹਦਾ ਮਤਲਬ ਅਕਾਲ ਪੁਰਖ ਫਿਰ ਗੁਰਮੁਖ ਕਰਨੀ ਕਾਰ ਕਰਾਏ ਇੱਕੋ ਹੀ ਕਰਨੀ ਇੱਕੋ ਹੀ ਨਾਮ ਜਪਣ ਦਾ ਮਾਰਗ ਇੱਕੋ ਹੀ ਹੁਕਮ ਔਰ ਹੁਕਮ ਦੀ ਪਾਲਣਾ ਕਰਨ ਵਾਲਾ ਗੁਰਸਿੱਖ ਅੱਗੇ ਕਹਿੰਦੇ ਨਾਨਕ ਗੁਰਮੁਖੇ ਮੇਲ ਮਿਲਾਏ ਇਸੇ ਸਿਸਟਮ ਦੇ ਵਿੱਚ ਜਿਹੜਾ ਗੁਰਮੁਖ ਜ਼ਿੰਦਗੀ ਆਪਣੀ ਜਿਉ ਰਿਹਾ ਕੱਢ ਰਿਹਾ ਨਾਮ ਦੀ ਕਮਾਈ ਕਰ ਰਿਹਾ ਕਮਾਈ ਕਰ ਕਰਕੇ ਟੋਟਲ ਡਿਟੈਚਡ ਹੋ ਰਿਹਾ ਮਾਇਆ ਦੇ ਨਾਲੋਂ ਡੇ ਬਾਏ ਡੇ ਉਹਦੀ ਜਿਹੜੀ ਹੈ ਇਹ ਅਵਸਥਾ ਉੱਚੀ ਚੜ੍ਹਦੀ ਜਾਏਗੀ ਔਰ ਇੱਕ ਦਿਨ ਹੋਏ 21 ਇਸੇ ਕਰਕੇ ਰਿਕੁਐਸਟ ਕਰੀਦੀ ਹੈ ਵੀ ਬਾਣੀ ਜਿਹੜੀ ਹੈ ਉਹ ਦਗੜ ਦਗੜ ਲੱਖ ਲੱਖ ਜਿਹੜਾ ਆਖੀ ਗ੍ਰਾਮ ਜਗਦੀਸ਼ ਇਹ ਤਾਂ ਪੌੜੀਆਂ ਜਿਹੜੀਆਂ ਪਤਾ ਹੀ ਨਹੀਂ ਲੱਗਦਾ ਵੀ ਕੀ ਪੜ ਰਹੇ ਆ ਔਰ ਮਾੜੀ ਜੀ ਕਿਤੇ ਕਿਸੇ ਦੇ ਪਾਠ ਕਰਦੇ ਤੇ ਕੋਈ ਪ੍ਰੋਬਲਮ ਆ ਜਾਏ ਨਾ ਕਿਸੇ ਨੂੰ ਕੋਈ ਖੜਕਾ ਹੀ ਆ ਜਾਏ ਕੋਈ ਦੁੱਧ ਦਾ ਚਾਹ ਚੂ ਡੁੱਲ ਜੇ ਕਿਤੇ ਕੋਲ ਪਈ ਉਹ ਭੁੱਲ ਜਾਂਦਾ ਪਾਠ ਕਿੱਥੇ ਕਰਦਾ ਸੀ
क्योंकि ध्यान नहीं है। ओ भाई लख लख गेड़ा आखी है, एक नाम जगदीश, ਏਤ ਰਾਹੇ पत, ਇੱਜ਼ਤ ਆ ਰਾਹ ਤੇ ਤੁਰਿਆ ਹੋਣੀ ਹੈ, ਪਵੜੀਆਂ ਚੜੀ ਹੈ, ਡੇ ਬਾਏ ਡੇ ਅਵਸਥਾ ਉੱਚੀ ਹੋਏਗੀ ਤੇ ਹੋਏ ਕੀ ਇੰਨੀ ਉੱਚੀ ਆਏਗੀ ਕਿ ਇੱਕ ਦਿਨ ਗੁਰਮੁਖੇ ਮੇਲ ਮਿਲਾਏ ਹੋਏ ਕੀ ਸਿੰਪਲ। ਅੱਛਾ, ਅੱਗੇ ਚੱਲੀਏ ਨੰਬਰ 37 ਤੇ। ਕਹਿੰਦੇ ਗੁਰਮੁਖ ਸ਼ਾਸਤਰ ਸਿਮਰਤ ਤੇ ਵੇਦ। ਹੁਣ ਤੁਸੀਂ ਕੀ ਸਮਝਦੇ ਆ ਕਿ ਬਾਬੇ ਨਾਨਕ ਨੇ ਇਹ ਵੇਦਾਂ ਦੀਆਂ ਗੱਲਾਂ ਕੀਤੀਆਂ ਨੇ? ਕਈ ਵਾਰੀ ਰਾਮਾਇਣ ਦੀਆਂ ਗੱਲਾਂ, ਪੁਲ ਪਲ ਦੀ ਗੱਲ ਜਿਹੜਾ ਉੱਥੇ ਸ਼੍ਰੀਲੰਕਾ 'ਚ ਬੰਨਿਆ ਦੱਸਦੇ ਆ ਸਨਾਤਨੀ, ਹੁਣੇ ਆ ਜਾਣਾ ਦੇਖੋ ਪਟਾਕਾ ਪੈਣਾ ਉਹਦਾ, ਕਿ ਉਹ ਪੱਥਰ ਸਾਡੇ ਵਾਲਿਆਂ ਨੇ ਵੀ ਕਸਰ ਨਹੀਂ ਛੱਡੀ, ਕੁਝ ਪੱਥਰ ਤੇ ਰਾਮ ਦਾ ਨਾਮ ਲਿਖ ਕੇ ਸਿੱਟੀ ਗਏ ਤੇ ਪੁਲ ਬਣਦਾ ਗਿਆ ਉੱਥੇ ਬਾਅਦ। ਦੇਖੋ ਹੁਣੇ ਗੁਰਬਾਣੀ 'ਚ ਖੁੱਲਣਾ ਦੇਖੋ ਚੀਜ਼ਾਂ। ਇਹ ਤੁਹਾਡਾ ਕੀ ਖਿਆਲ ਹੈ ਵੀ ਬਾਬਾ ਨਾਨਕ ਵੇਦ ਲੈ ਕੇ ਬਹਿੰਦਾ ਹੋਊ ਲਾਇਬ੍ਰੇਰੀਆਂ 'ਚ ਜਾ ਕੇ, ਕਿਤੇ ਟਾਈਮ ਆਪਣਾ ਲਾਉਂਦਾ ਹੋਊ? ਜਿਹੜਾ ਦਿਨ ਰਾਤੀ ਅਭਿਆਸ ਕਰਨ ਵਾਲੀ ਜਿਹੜੀ ਨਾਨਕ ਜੋਤ, ਉਸ ਅਕਾਲ ਪੁਰਖ ਦੀ ਵਿਲੱਖਣ ਜੋਤ ਜਿਹੜੀ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਉਹ ਕੀ ਉਹ ਵੇਦਾਂ ਦੀ ਸਟੱਡੀ ਕਰਦੇ ਹੋਣੇ? ਉਹ ਨਹੀਂ, ਉਹ ਗੁਰਮੁਖ ਸਿਸਟਮ ਦੇ ਵਿੱਚ ਸੀ। ਵੇਦ ਬਾਤ ਤੇ ਆਪੇ ਖੁੱਲਦੇ ਗਏ ਉਹਨਾਂ ਦੇ ਅੱਗੇ, ਇਹ ਆਪੇ ਖੁੱਲਦੇ ਗਏ। ਇਹ ਕੋਈ ਸਟੱਡੀ ਕਰਨ ਦੀ ਲੋੜ ਨਹੀਂ ਪਈ, ਇਹ ਉਹ ਸਿਸਟਮ ਦੇ ਵਿੱਚ ਆ ਗਏ। ਸ਼ਾਸਤਰਾਂ ਦਾ ਗਿਆਨ, ਸਿਮਰਤੀਆਂ ਦਾ ਗਿਆਨ, ਵੇਦਾਂ ਦਾ ਗਿਆਨ, ਇਹ ਆਪੇ ਖੁੱਲਦਾ ਗਿਆ। ਕਰਨਾ ਕੀ ਹੈ? ਆਹ ਸ਼ਬਦ ਪੜ੍ਹਦੇ ਆ ਇਸ ਚੀਜ਼ ਨੂੰ ਖੋਲਣ ਵਾਸਤੇ। ਉਹ ਸ਼ਬਦ ਕੀ ਹੈ? ਕਹਿੰਦੇ ਗਿਆਨ, ਧਿਆਨ, ਮਾਨ, ਦਾਨ। ਜੇ ਤੂੰ ਗਿਆਨ ਲੈਣਾ, ਜੇ ਤੂੰ ਧਿਆਨ ਲਾਉਣਾ, ਜੇ ਤੂੰ ਮਾਨ ਲੈਣਾ, ਜੇ ਤੂੰ ਚਾਹੁੰਨਾ ਵੀ ਹਰ ਚੀਜ਼ ਤੇਰੇ ਹੱਥੋਂ ਦਾਨ ਹੋਵੇ ਔਰ ਤੈਨੂੰ ਪੁੰਨ ਉਹਦਾ ਮਿਲੇ, ਕਹਿੰਦੇ ਕੀ ਕਰ? ਗਿਆਨ, ਧਿਆਨ, ਮਾਨ, ਦਾਨ। ਕਹਿੰਦੇ ਮਨ ਰਸਕ, ਰਸਨ, ਨਾਮ ਜਪਤ। ਕਹਿੰਦੇ ਹੋਰ ਉਹਦੇ ਨਾਲ ਕੀ ਪਟਾਕਾ ਪੈਣਾ? ਉਹਦੇ ਨਾਲ ਤਹਿ ਪਾਪ ਖੰਡਲੀ, ਉਹਦੇ ਨਾਲ ਤੇਰੇ ਪਾਪ ਕਸੰਮਲ ਭੰਨੀ ਜਾਏਗਾ। ਜਿਉਂ-ਜਿਉਂ ਤੇਰੀ ਰੂਹ, ਤੇਰੀ ਆਤਮਾ, ਤੇਰਾ ਮਨ ਵਿਚਾਰਾਂ ਤੋਂ ਮੁਕਤ ਹੋ ਕੇ ਪਵਿੱਤਰ ਹੁੰਦਾ ਜਾਊਗਾ, ਸ਼ਾਸਤਰ, ਸਿਮਰਤ, ਵੇਦ, ਤੇਰੇ ਸਾਰਾ ਗਿਆਨ ਅੱਗੇ ਖੁੱਲਦਾ ਜਾਣਾ। ਇਹਦੀ ਸੂਝ-ਬੂਝ ਐਨ ਤੈਨੂੰ ਤੈਨੂੰ ਇਹਦੀ ਪਿਕਚਰਾਈਜ਼ ਹੋ ਜਾਣੀ ਸਾਰੀ ਚੀਜ਼ ਤੇਰੇ ਸਾਹਮਣੇ, ਵੀ ਆਹ ਚੀਜ਼ ਦਾ ਮਤਲਬ ਕੀ ਬਣਦਾ? ਇਹਨੂੰ ਕਿੱਦਾਂ ਇਹਨੂੰ ਮੈਂ ਸਮਝਾਂ? ਇਹ ਹੈ ਗੁਰਮੁਖ ਸਿਸਟਮ ਦੀ ਤਾਕਤ। ਫਿਰ ਗੁਰਮੁਖੇ ਪਾਵੈ ਘਟ ਘਟ ਭੇਦ। ਉਸ ਸਿਸਟਮ ਦੇ ਵਿੱਚ ਆਇਆ ਗੁਰਸਿੱਖ ਨੂੰ ਇਹ ਨਹੀਂ ਹੈ ਵੀ ਹਰੇਕ ਦਾ ਭੇਦ ਜਾਣ ਲੂਗਾ, ਹਰੇਕ ਦੇ ਮਨ ਦੀ, ਜਿੱਦਾਂ ਇਹ ਸੋ ਕਾਲਡ ਸੰਤ ਕਹਿੰਦੇ ਆ ਜੀ, ਤੇਰੇ ਤੇ ਮਨ ਦੀਆਂ ਗੱਲਾਂ ਸਾਨੂੰ ਪਤਾ ਨੇ, ਸਾਨੂੰ ਪਤਾ ਲੱਗ ਗਿਆ। ਉਹ ਭਾਈ ਇਹ ਕਿਉਂ ਲਫ਼ਜ਼ ਤੁਸੀਂ ਏਦਾਂ ਦੇ ਕਹਿ ਰਹੇ? ਨਾ, ਗੁਰਮੁਖ ਪਾਵੈ ਘਟ ਘਟ ਭੇਦ, ਮਤਲਬ ਗੁਰਮੁਖ ਅਭਿਆਸੀ ਨੂੰ ਇਹ ਪਤਾ ਲੱਗ ਗਿਆ ਕਿ ਹਰੇਕ ਦੇ ਵਿੱਚ ਅਕਾਲ ਪੁਰਖ ਦਾ ਵਾਸਾ ਹੈ। ਇਹ ਭੇਦ ਪਤਾ ਲੱਗ ਗਿਆ ਕਿ ਹਰ ਇੱਕ ਦੇ ਵਿੱਚ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਅਕਾਲ ਪੁਰਖ ਵਸ ਰਿਹਾ। ਫਿਰ ਗੁਰਮੁਖੇ ਵੈਰ ਵਿਰੋਧ ਗਵਾਵੈ। ਨਾ ਕੋਈ ਵੈਰ, ਨਾ ਕੋਈ ਵਿਰੋਧ। ਇਹ ਸੌਖਾ ਨਹੀਂ ਪਿਆ। ਇੱਥੇ ਗੁਰਦੁਆਰੇ 'ਚ ਆਪਸ 'ਚ ਹੀ ਲੜੀ ਜਾਂਦੇ ਆ, ਇੱਥੇ ਸਾਡੇ ਇੱਥੇ ਵੋਟਾਂ ਪਾਓ ਜੀ, ਅੱਧੇ ਧੜੇ ਇੱਧਰ ਬਣ ਗਏ, ਅੱਧੇ ਧੜੇ ਉਹ, ਚਲੋ ਵੰਡੀਆਂ ਪੈ ਗਈਆਂ, ਉਹ ਫਿਰ ਦੁਸ਼ਮਣੀਆਂ ਪਰਿਵਾਰਾਂ ਦੀਆਂ ਐਸੀਆਂ ਪੈਂਦੀਆਂ, ਬੋਲ ਬੁਲਾਰੇ ਖਤਮ ਹੋ ਜਾਂਦੇ ਆ, ਫਤਿਹ ਦੀ ਸਾਂਝ ਵੀ ਖਤਮ ਹੋ ਜਾਂਦੀ। ਇਹਨੂੰ ਕਹਿ ਰਹੇ ਹੋ ਗੁਰਮੁਖ ਸਿਸਟਮ? ਬਾਬਾ ਨਾਨਕ ਅਧਿਆਤਮ ਦੀ ਗੱਲ ਕਰ ਰਿਹਾ, ਅਵਸਥਾ ਦੀ ਗੱਲ ਕਰ ਰਿਹਾ, ਔਰ ਉਹ ਅਵਸਥਾ ਨਾਮ ਦੀ ਕਮਾਈ ਤੋਂ ਬਿਨਾਂ ਕਿਤੇ ਨਹੀਂ ਹਾਸਲ ਕੀਤੀ ਜਾ ਸਕਦੀ। ਗੁਰਮੁਖੇ ਵੈਰ ਵਿਰੋਧ ਗਵਾਵੇ, ਫਿਰ ਗੁਰਮੁਖੇ ਸਗਲੀ ਗਣਤ ਮਿਟਾਵੇ। ਹੁਣ ਆ ਸਗਲੀ ਗਣਤ ਕੀ ਹੋਈ?
ਉਸ ਸਿਸਟਮ ਦੇ ਵਿੱਚ ਜਿਹੜਾ ਅਭਿਆਸੀ ਆ ਗਿਆ, ਸਗਲੀ ਗਣਤ ਤੋਂ ਭਾਵ ਹੈ ਉਹ ਆਪਣਾ ਲੇਖਾ ਜੋਖਾ ਖਤਮ ਕਰ ਲੈਂਦਾ। ਉਹਦਾ ਕੋਈ ਲੇਖਾ ਨਹੀਂ, ਉਹਨੂੰ ਫਿਰ ਆਪਾਂ ਹੁਣੇ ਉਹ ਪੜ੍ਹਿਆ ਉੱਥੇ, ਪੁੱਛ ਨਾ ਸਕੈ ਕੋਇ ਹਰ ਦਰ ਸਦ ਢੋਈ, ਕੋਈ ਉਹਨੂੰ ਕਿਸੇ ਨੇ ਨਹੀਂ ਪੁੱਛਣਾ ਉੱਥੇ। ਸਭ ਉਹ ਚਿੱਤਰਗੁਪਤ ਤੋਂ ਲੈ ਕੇ ਜਮਰਾਜ ਤੱਕ ਜੋ ਉਹਦੇ ਸੇਵਾਦਾਰ ਹੱਥ ਜੋੜ ਕੇ ਖੜੇ ਹੋਣੇ ਉਹਦੇ ਅੱਗੇ, ਭਾਈ ਗੁਰਮੁਖ ਆਇਆ। ਇਹ ਹੈ ਸਗਲੀ ਗਣਤ ਮਿਟਾਵੈ, ਕਿ ਆਪਣਾ ਉਹ ਲੇਖਾ ਸਾਰਾ ਖਤਮ ਕਰ, ਜਿਉਂਦੇ ਜੀ ਇਹ ਅਵਸਥਾ ਆਏਗੀ, ਕਿਉਂਕਿ ਬਾਬੇ ਨਾਨਕ ਨੇ ਜਿਉਂਦੇ ਜੀ ਇਹ ਬਾਣੀ ਦਿੱਤੀ ਹੈ ਸਾਨੂੰ, ਜਿਉਂਦੇ ਜੀ ਇਹ ਗਿਆਨ ਦਿੱਤਾ ਹੈ। ਔਰ ਕਿਤੇ ਗਿਆ ਨਹੀਂ ਹੈ ਬਾਬਾ ਨਾਨਕ, ਆਪਣੇ ਸ਼ਬਦਾਂ 'ਚ ਹਮੇਸ਼ਾ ਜਿਉਂਦਾ ਨਾਨਕ, ਜਿਉਂਦਾ ਪੁਰਖ ਧਿਆਇਆ। ਲੇਖਾ ਜੋਖਾ ਖਤਮ ਕਰ ਲਿਆ, ਗੁਰਮੁਖੇ ਰਾਮ ਨਾਮ ਰੰਗ ਰਾਤਾ। ਫਿਰ ਉਹ ਰੰਗਲਾ ਸੱਜਣ ਬਣਿਆ, ਫਿਰ ਉਹ ਰਤਿਆ ਗਿਆ, ਰਤੇ ਸੇਜ ਮੁਖ ਨਾ ਮੋੜਨ। ਫਿਰ ਬਿਨ ਗੁਰ ਭਰਮੈ ਆਵੈ ਜਾਵੈ। ਨਹੀਂ, ਗੁਰਮੁਖੇ ਰਾਮ ਨਾਮ ਸੰਗ ਰਾਤਾ, ਨਾਨਕ ਗੁਰਮੁਖੇ ਖਸਮ ਪਛਾਤਾ। ਰੰਗ ਰਤਿਆ ਕਿੱਦਾਂ ਗਿਆ? ਉਹਨੇ ਉਸੇ ਸਿਸਟਮ ਦੇ ਅਧੀਨ ਖਸਮ ਪਛਾਤਾ, ਮਤਲਬ ਸਿੰਪਲ ਲਾਓ ਕਿ ਉਹਨੇ ਨਾਮ ਜਪਿਆ। ਪਛਾਤੇ ਦਾ ਮਤਲਬ ਹੈ ਆਪਾਂ ਪਛਾਣ ਉਹਦੀ ਕਰਾਂਗੇ ਜਿਹਨੂੰ ਪਹਿਲਾਂ ਮਿਲੇ ਹੋਈਏ, ਜਿਹਨੂੰ ਪਹਿਲਾਂ ਕਿਤੇ ਮਿਲੇ ਹੋਈਏ। ਮੈਨੂੰ ਫੋਰ ਐਗਜ਼ਾਮਪਲ, ਮੈਂ ਇੰਡੀਆ ਗਿਆ, ਮੈਨੂੰ ਬੜਾ ਪੁਰਾਣਾ, ਮੇਰਾ ਬਚਪਨ ਦਾ ਦੂਜੀ ਤੀਜੀ 'ਚ ਮੇਰੇ ਨਾਲ ਪੜ੍ਹਦਾ ਸੀ ਮੁੰਡਾ ਮਿਲਿਆ, ਉਹਨੇ ਮੈਨੂੰ ਪੁੱਛਿਆ, ਮੈਨੂੰ ਪਛਾਣਿਆ ਨਹੀਂ। ਉਹ ਮੈਂ 2 ਕੁ ਮਿੰਟ ਲਾ ਕੇ ਉਹਦੇ ਵੱਲ ਦੇਖ ਕੇ ਮੈਂ ਕਿਹਾ ਹਰਚਰਨ, ਮੈਂ ਪਛਾਣ ਲਿਆ। ਉਹ ਕਹਿੰਦੇ ਵੀ ਪੁਰਾਣਾ ਕਿਤੇ ਦੇਖਿਆ ਤੇ ਫਿਰ ਸਾਡੇ ਜ਼ਹਿਨ ਦੇ ਵਿੱਚ ਹੈ ਸ਼ਕਲੋ ਸੂਰਤ, ਉਹ ਅਸੀਂ ਫਿਰ ਪਛਾਣ ਲੈਂਦੇ। ਹੁਣ ਖਸਮ ਨੂੰ ਤੇ ਦੇਖਿਆ ਨਹੀਂ। ਹੁਣ ਗੁਰਮੁਖ ਸਿਸਟਮ ਦੇ ਅਧੀਨ ਖਸਮ ਨੂੰ ਪਛਾਨਣਾ ਕੀ ਹੈ? ਉਹਦਾ ਨਾਮ ਅਭਿਆਸ ਕਰਨਾ, ਕਿਉਂਕਿ ਰਾਹ ਹੀ ਉਹੀ ਹੈ, ਦੂਸਰਾ ਕੋਈ ਰਾਸਤਾ ਹੀ ਨਹੀਂ ਹੈ। ਅੱਛਾ, ਫਿਰ ਪਦਾ ਨੰਬਰ 38 ਸ਼ੁਰੂ ਹੋ ਰਿਹਾ ਅੱਗੇ, ਕਹਿੰਦੇ ਬਿਨ ਗੁਰ ਭਰਮੈ ਆਵੈ ਜਾਏ। ਇਹ ਬਿਨ ਗੁਰ ਨੰਨੇ ਨੂੰ ਔਂਕੜ ਹੈ, ਇੱਥੇ ਗੁਰ ਦੇ ਰਾਰੇ ਨੂੰ ਔਂਕੜ ਨਹੀਂ ਆਏਗਾ। ਜਦੋਂ ਬਿਨ ਦੇ ਨੰਨੇ ਨੂੰ ਔਂਕੜ ਆ ਗਿਆ, ਫਿਰ ਕਿਤੇ ਵੀ ਗੁਰ ਦੇ ਰਾਰੇ ਨੂੰ ਔਂਕੜ ਨਹੀਂ ਆਏਗਾ, ਕਿਉਂਕਿ ਉਹ ਜਿਹੜੀ ਹਾਈਲਾਈਟ ਕਰਨੀ ਹੈ ਚੀਜ਼ ਉਹਨਾਂ ਨੇ ਕਰਤੀ ਗੁਰੂ ਤੋਂ ਬਿਨਾਂ। ਇਹ ਗੁਰੂ ਸਾਡੇ ਗੁਰਮੰਤਰ ਦਾ, ਬਚਨ ਦਾ ਅੱਧਾ ਹਿੱਸਾ ਹੈ। ਸਤ ਤੇ ਨਾਮ ਜਿਹੜਾ ਹੈ, ਇਹ ਉਹਦੀ ਗੱਲ ਕੀਤੀ ਹੈ। ਬਿਨ ਗੁਰ ਭਰਮੈ ਆਵੈ ਜਾਏ, ਸ਼ਬਦ ਤੋਂ ਬਿਨਾਂ, ਅਭਿਆਸ ਤੋਂ ਬਿਨਾਂ ਭਰਮਾਂ ਦੇ ਵਿੱਚ ਅਸੀਂ ਰੁੱਝੇ ਰਵਾਂਗੇ ਤੇ ਜੂਨਾਂ 'ਚ ਗੇੜੇ ਕੱਢਦੇ ਰਵਾਂਗੇ। ਫਿਰ ਬਿਨ ਗੁਰ ਘਾਲ ਨਾ ਪਵੇ ਥਾਏ। ਤੇ ਜੇ ਅਸੀਂ ਘਾਲਣਾ, ਅਸੀਂ ਘਾਲ ਹੀ ਜਾ ਰਹੇ ਹਾਂ, ਕੋਈ ਨੋ ਡਾਊਟ। ਅਸੀਂ ਬੜੇ ਨਿਤਨੇਮ ਸਵੇਰ ਤੋਂ ਸ਼ੁਰੂ ਕਰਦੇ ਹਾਂ, ਏਦਾਂ ਦੀਆਂ ਗੁਰਦੁਆਰੇ ਜਾਣਾ ਜਾਂ ਹੋਰ ਸੇਵਾ ਸਾਧਨਾ, ਪਰ ਗੁਰੂ ਸਾਨੂੰ ਪਤਾ ਹੀ ਨਹੀਂ। ਘਾਲ ਨਾ ਪਵੇ ਥਾਏ, ਸਾਡਾ ਉਹ ਕੀਤਾ ਕਰਾਇਆ ਸਾਰਾ ਜ਼ੀਰੋ ਹੋਈ ਜਾ ਰਿਹਾ, ਕਿਉਂਕਿ ਅਸੀਂ ਮਨ ਨੂੰ ਨਹੀਂ ਸਾਧਿਆ। ਸਰੀਰ ਕਰਕੇ ਹੱਥਾਂ ਨਾਲ ਸੇਵਾ ਕਰਤੀ, ਤੱਪੜ ਝਾੜ ਤੇ ਲੰਗਰ ਪਕਾਤਾ, ਹੋਰ ਆ ਗੋਡੇ ਗਾਡੇ ਵੀ ਘੋਟਾਉਂਦੇ ਕਈ ਬੀਬੀਆਂ ਜਾ ਕੇ, ਸੰਤਾਂ ਮੰਤਾਂ ਦੇ ਜਿਹੜੇ ਇੱਥੇ ਆਉਂਦੇ ਆ, ਉਹ ਕਰ ਦਿੱਤਾ। ਪਰ ਉਹ ਘਾਲ ਨਾ ਪਵੇ ਥਾਏ, ਉਹਦਾ ਫਾਇਦਾ ਹੀ ਨਹੀਂ ਕੋਈ ਹੋਇਆ, ਕਿਉਂਕਿ ਗੁਰੂ ਨੂੰ ਜਾਣਿਆ ਹੀ ਨਹੀਂ, ਮਨ ਨੂੰ ਸਾਧਿਆ ਹੀ ਨਹੀਂ। ਬਿਨ ਗੁਰ ਮਨੁਆ ਅੱਤ ਡੁਲਾਏ, ਮਨ ਡੋਲੀ ਜਾ ਰਿਹਾ। ਮਨ ਨੂੰ ਪਤਾ ਨਹੀਂ ਕਰਿਆ ਆ ਬਾਬਾ ਆਇਆ, ਇੱਕ ਚੋਲਾ ਪਾਇਆ ਇਹਨੇ ਨੀਲੇ ਰੰਗ ਦਾ ਜਾਂ ਭਗਵੇ ਰੰਗ ਦਾ, ਤੇ ਮੈਂ ਇਹਦੇ ਗੋਡੇ ਘੁੱਟੀ ਜਾਵਾਂ ਤੇ ਇਹਦੇ 'ਚ ਹੀ ਮੇਰੀ ਖਰੇ ਸੇਵਾ, ਮੇਰਾ ਖਰੇ ਪਾਰ ਉਤਾਰਾ ਇਹਦੇ 'ਚ ਹੀ ਹੋ ਜਾਣਾ। ਉਹ ਘਾਲ ਨਹੀਂ ਥਾਂ ਪੈਣੀ। ਕਹਿੰਦੇ ਬਿਨ ਗੁਰ ਤ੍ਰਿਪਤ ਨਹੀਂ, ਇੱਥੇ ਹੀ ਆਉਣਾ ਸਪੇਸ। ਬਿਨ ਗੁਰ ਤ੍ਰਿਪਤ ਨਹੀਂ, ਤ੍ਰਿਪਤੀ ਨਹੀਂ, ਸੰਤੋਖ ਨਹੀਂ ਹੈ। ਕੀ ਕਰ ਰਿਹਾ? ਬਿੱਖ ਖਾਏ, ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਇਆ 'ਚ ਰੁੱਝਿਆ ਪਿਆ ਤੇ ਜ਼ਹਿਰ ਜ਼ਹਿਰ ਦਾ ਜਿਹੜਾ ਸੇਵਨ ਕਰ ਰਿਹਾ। ਹੁਣ ਇਹਨੂੰ ਪੜ੍ਹਦੇ ਆ, ਬੜੇ ਪੜ੍ਹਾਕੂ ਪੜ੍ਹਦੇ ਆ ਇਹਨੂੰ, ਬਿਨ ਗੁਰ ਤ੍ਰਿਪਤ ਨਹੀਂ ਬਿੱਖ ਖਾਏ। ਉਹ ਭਾਈ ਇਹ ਪਹਿਲੀ ਗੱਲ ਤੇ ਸਮਝ ਲਓ ਵੀ ਮੈਂ ਸਾਫ਼ ਲਫ਼ਜ਼ਾਂ 'ਚ ਕਹਿ ਰਿਹਾ, ਇਹ ਬਾਣੀ ਪਾਠ ਕਰਨ ਵਾਸਤੇ ਨਹੀਂ ਬਣਾਈ ਉਹਨਾਂ ਨੇ। ਇਹ ਬਾਣੀ ਸਾਨੂੰ ਮਨ ਨੂੰ ਸਾਧਣ ਵਾਸਤੇ ਬਣਾਈ ਹੈ, ਮਨ ਨੂੰ ਠੀਕ ਕਰਨ ਵਾਸਤੇ, ਮਨ ਨੂੰ ਕੰਟਰੋਲ ਕਰਨ ਵਾਸਤੇ ਬਣਾਈ ਹੈ। ਇਹਨੂੰ ਪੜ੍ਹਨਾ ਹੈ ਬਿਨ ਗੁਰ ਤ੍ਰਿਪਤ ਨਹੀਂ। ਨਾਮ ਤੋਂ ਬਿਨਾਂ ਤ੍ਰਿਪਤੀ ਨਹੀਂ ਹਾਸਲ ਹੋਏਗੀ, ਸੰਤੋਖ ਨਹੀਂ ਹਾਸਲ ਹੋਏਗਾ।
और बिख खाए। ਅਸੀਂ ਕਾਮ क्रोध लोभ मोह हंकार माया च रुझे ਜ਼ਹਿਰ खा रहे। बिन गुर बिसियर दसै मरे वाट। क्या बात, बाणी कोई अंत नहीं, कोई अंत नहीं था। बिन गुर बिसियर दसै मरी वाट। मरे वाट दा ਜਿਹੜਾ ਹੈ ਉਹ ਦੁਨਿਆਵੀ ਰੂਪ ਦੇ ਵਿੱਚ ਦੁਨੀਆਦਾਰੀ ਦੇ ਰਸਤੇ ਤੇ ਮਾਇਆ ਵਿੱਚ ਬੰਦਾ ਖਤਮ ਹੋ ਜਾਂਦਾ। ਅਧਿਆਤਮ ਦਾ ਪਤਾ ਹੀ ਨਹੀਂ ਲੱਗਦਾ ਸਾਰੀ ਜ਼ਿੰਦਗੀ, ਔਰ ਦੁਨੀਆਦਾਰੀ 'ਚ ਪਿਆ ਬੰਦਾ, ਦੁਨੀਆਦਾਰੀ 'ਚ ਕਰਮਕਾਂਡ, ਪਖੰਡਬਾਜ਼ੀ, ਮਾਇਆ ਦੇ ਵਿੱਚ ਬੰਦਾ ਫਿਰ ਮੁੱਕ ਜਾਂਦਾ। ਇਸੇ ਰਾਹ ਤੁਰਿਆ ਹੀ ਬੰਦਾ ਮੁੱਕ ਜਾਂਦਾ। ਹੁਣ ਆ ਲਫ਼ਜ਼ ਨੂੰ ਥੋੜਾ ਜਿਹਾ ਮੈਂ ਹੋਰ ਕਲੀਅਰ ਕਰਦਾ ਕਿ ਗੁਰਮੁਖ ਰਾਮ ਨਾਮ ਰੰਗ ਰਤ, ਉਸੇ ਸਿਸਟਮ ਦੇ ਅਧੀਨ ਨਾਮ ਦੇ ਰੰਗ ਵਿੱਚ ਰੰਗਿਆ ਪਿਆ ਗੁਰਮੁਖ, ਤੇ ਨਾਨਕ ਗੁਰਮੁਖ ਖਸਮ ਪਛਾਤਾ। ਪਛਾਤੇ ਦਾ ਮਤਲਬ ਹੈ, ਜਿੱਦਾਂ ਆਪਾਂ ਕਹਿੰਦੇ ਆ ਕਿ ਪਛਾਣ ਲਿਆ, ਪਛਾਤਾ ਇੱਥੇ ਆਪਾਂ ਹੋਰ ਇਹਨੂੰ ਜੇ ਡੂੰਘਾਈ 'ਚ ਜਾਈਏ ਤੇ ਮਿਲਾਪ ਹੈ। ਕਿਉਂਕਿ ਜਦੋਂ ਰਤਿਆ ਗਿਆ ਤੇ ਫਿਰ ਮਿਲਾਪ ਸੰਭਵ ਹੈ, ਉਹ ਫਿਰ ਅਵਸਥਾ ਬਣੇਗੀ। ਪਛਾਣ ਲਿਆ ਹੈ ਨਾ, ਪਛਾਤਾ, ਪਛਾਣ ਲਿਆ, ਮੀਨਿੰਗ ਵੀ ਇਹੀ ਲਿਖਿਆ ਕਿ ਗੁਰੂ ਦੇ ਸਨਮੁਖ ਮਨੁੱਖ ਨੇ ਖਸਮ ਪ੍ਰਭੂ ਨੂੰ ਪਛਾਣ ਲਿਆ। ਲੇਕਿਨ ਇਹਨੂੰ ਜਦੋਂ ਡੂੰਘਾਈ 'ਚ ਆਪਾਂ ਗੁਰਮੁਖ ਸਿਸਟਮ ਦੇ ਅਧੀਨ ਇਹਨੂੰ ਦੇਖਣਾ, ਉਹ ਹੈ ਪਛਾਤਾ ਮਤਲਬ ਮਿਲਾਪ ਹੋ ਗਿਆ। ਫਿਰ ਅੱਗੇ 38 ਨੰਬਰ, ਬਿਨ ਗੁਰ ਭਰਮਿਆ ਆਵੇ ਜਾਏ, ਬਿਨ ਗੁਰ ਘਾਲ ਨਾ ਪਵੇ ਥਾਏ, ਬਿਨ ਗੁਰ ਮਨੁਆ ਅਤ ਡੁਲਾਏ, ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ, ਬਿਨ ਗੁਰ ਬਿਸਿਰ ਦਸੈ ਮਰਵਾਟ। ਉਹ ਮਰਵਾੜ ਤੋਂ ਭਾਵ ਹੈ ਕਿ ਦੁਨੀਆਦਾਰੀ ਦੇ ਰਸਤੇ ਕਰਮ ਕਾਂਡਾਂ ਦੇ ਵਿੱਚ ਚੱਲਦਾ ਚੱਲਦਾ ਹੀ ਫਿਰ ਉਹ ਇੱਕ ਦਿਨ ਉਹਦੇ ਸਾਹ ਮੁੱਕ ਜਾਂਦੇ ਆ, ਖਤਮ ਹੋ ਜਾਂਦਾ ਬੰਦਾ ਮਾਇਆ ਦੇ। ਫਿਰ ਨਾਨਕ ਗੁਰਬਿਨ ਘਾਟੇ ਘਾਟ, ਕਹਿੰਦੇ ਇਹ ਜਿਹੜਾ ਤੈਨੂੰ ਮੌਕਾ ਮਿਲਿਆ ਸੀ, ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਜਿਹੜਾ ਸੌਦਾ ਤੂੰ ਕਰਨ ਵਾਸਤੇ ਆਇਆ ਸੀ, ਇੱਥੇ ਤੈਨੂੰ ਘਾਟਾ ਹੀ ਘਾਟਾ ਰਿਹਾ, ਤੈਨੂੰ ਪਤਾ ਹੀ ਨਹੀਂ ਲੱਗਿਆ। ਰੱਬ ਦਾ, ਅਕਾਲ ਪੁਰਖ ਦਾ ਤੇ ਇੱਕ ਬੰਨੇ ਰਹਿ ਗਈ ਗੱਲ, ਤੈਨੂੰ ਸ਼ਬਦ ਦਾ ਹੀ ਨਹੀਂ ਪਤਾ ਲੱਗਿਆ। ਸ਼ਬਦ ਦੀ ਇਸੇ ਕਰਕੇ ਗੁਰਬਾਣੀ ਨੂੰ ਗੁਰੂ ਕਿਹਾ ਗਿਆ, ਗਿਆਨ ਨੂੰ ਗੁਰੂ ਕਿਹਾ ਗਿਆ। ਗਿਆਨ ਲੈਣਾ ਪਊਗਾ ਸਾਨੂੰ, ਗਿਆਨ ਸਮਝਣਾ ਪਊਗਾ। ਗਿਆਨ ਧਿਆਨ ਮਾਨ ਦਾਨ ਮਨ ਰਸਕ ਰਸਕ ਨਾਮ ਜਪਤ ਤਹ ਪਾਪ ਖੰਡਲੀ। ਫਿਰ ਇੱਕ 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 ਸ਼ਬਦ ਹੋਰ ਆਪਾਂ ਅੱਜ ਤੁਹਾਨੂੰ ਦੱਸਦੇ ਹਾਂ, ਬੜੀ ਵਾਰੀ ਇਹ ਪੜਿਆ ਹੋਣਾ। ਦੇਖੋ ਕਿੰਨਾ ਪਿਆਰਾ ਸ਼ਬਦ ਹੈ, ਲੇਕਿਨ ਦੇਖੋ ਵਰਦਾ ਕਿੱਥੇ ਹੈ। ਕਹਿੰਦੇ ਮਨ ਮੇਰੇ ਗੁਰ ਸ਼ਰਨ ਆਵੈ ਤਾਂ ਨਿਰਮਲ ਹੋਏ। ਹੁਣ ਨਿਰਮਲ ਅਸੀਂ ਕਿੱਦਾਂ ਹੋਣਾ? ਨਾਮ ਜਪ ਜਪ ਕੇ। ਗੁਰੂ ਦੀ ਸ਼ਰਨ ਚ ਜਾਣ ਤੋਂ ਭਾਵ ਕੀ ਹੈ ਕਿ ਨਾਮ ਅਭਿਆਸ ਕਰਨਾ ਆਰੰਭ ਕਰਨਾ, ਨਾਮ ਅਭਿਆਸ ਦੀ ਸ਼ੁਰੂਆਤ ਕਰ ਦੇਣੀ, ਜਾਂ ਨਾਮ ਜਪਣ ਵਾਲਿਆਂ ਦੀ ਸੰਗਤ ਕਰਨੀ ਸ਼ੁਰੂਆਤ ਕਰ ਦੇਣੀ। ਮਨ ਮੇਰੇ ਗੁਰ ਸ਼ਰਨ ਆਵੈ ਤਾਂ ਨਿਰਮਲ ਹੋਏ। ਅੱਗੇ ਪਤਾ ਕੀ ਲਿਖਿਆ? ਅੱਗੇ ਕਹਿੰਦੇ ਮਨਮੁਖ ਹਰ ਹਰ ਕਰ ਥੱਕੇ। ਮਨ ਦੇ ਪਿੱਛੇ ਲੱਗਣ ਵਾਲੇ ਜਿਹੜੇ ਮਨਮੁਖ ਆਪਾਂ ਕਹਿੰਦੇ ਆ, ਉਹ ਵੀ ਨਾਮ ਜਪਦੇ ਆ। ਕਹਿੰਦੇ ਮੈਲ ਨਾ ਸਕੀ ਧੋਏ। ਇਹ ਪਿੱਛੇ ਵੀ ਟੌਪਿਕ ਵਿਚਾਰਿਆ ਸੀ, ਲੇਕਿਨ ਉਹ ਕਿਹਾ ਸੀ ਆਪਾਂ ਇਹ ਅੱਗੇ ਜਾ ਕੇ ਖੋਲਾਂਗੇ। ਜਿਹੜੀ ਉਹ ਆਨੰਦ ਬਾਣੀ ਦੇ ਵਿੱਚ ਆਪਾਂ ਕੱਚੀ ਦੀ ਗੱਲ ਕੀਤੀ ਸੀ ਕਿ ਆਪਾਂ ਹਲੇ ਸਕੂਲ ਚ ਪੈ ਗਏ ਆ, ਲੇਕਿਨ ਹਲੇ ਕੱਚੀ ਜਮਾਤ ਚ। ਸਾਨੂੰ ਸਕੂਲੇ ਜਾਣਾ ਸ਼ੁਰੂ ਹੋ ਗਏ, ਸਾਨੂੰ ਟੀਚਰ ਮਿਲ ਗਏ, ਸਾਨੂੰ ਉਹਨਾਂ ਨੇ ਗਿਆਨ ਦੇਣਾ ਸ਼ੁਰੂ ਕਰਤਾ। A for
एप्पल, बी फॉर बैट, आ नंबर 1, आ नंबर 2, पर हले असीं कच्चे हाँ, हले असीं एक्सपर्ट नहीं हाँ। अच्छा, हुण जिहड़ा मनमुख है, ਉਹ ਨਾਮ ਅਭਿਆਸ ਸ਼ੁਰੂ ਕਰ ਲੈਂਦਾ। ਘੰਟਾ 2 ਘੰਟੇ ਨਾਮ ਜਪਦਾ, ਬਸ ਜਾ ਕੇ ਫਿਰ ਰਾਤ ਨੂੰ ਫਿਰ ਉਹਨੂੰ ਕਾਮ ਵਿਆਪ ਜਾਂਦਾ ਹੈ। ਉਹਦਾ ਧਿਆਨ ਫਿਰ ਕਾਮ ਵਾਲੇ ਪਾਸੇ ਹੈ। ਦੁਕਾਨ ਤੇ ਜਾਂਦਾ, ਉਹਨੂੰ ਫਿਰ ਬਿਜ਼ਨਸ ਲੋਕਾਂ ਨਾਲ ਆ ਜੀ $5 ਦੀ ਚੀਜ਼ ਆ, 10 ਹੀ ਲਾ ਲਓ। ਉਹ ਫਿਰ ਨਾਲ-ਨਾਲ ਖਤਮ ਕਰੀ ਜਾ ਰਿਹਾ ਆਪਣਾ ਹਿਸਾਬ-ਕਿਤਾਬ। ਉਹ ਜਿੰਨਾ ਕੁ ਕਰਕੇ ਆਇਆ, ਉਹ ਫਿਰ ਮਨਮੁਖ ਹੈ। ਏਦਾਂ ਵੀ ਬੜਾ ਧਿਆਨ ਰੱਖਣਾ ਪੈਣਾ ਹੈ ਕਿ ਇਹ ਸੱਚ ਨੂੰ ਅਪਣਾਉਣਾ ਪੈਣਾ ਹੈ ਐਵਰੀ ਸੈਕੰਡ। ਸੋਚ ਕੇ ਮਨ ਨੂੰ ਚੰਗੀ ਤਰ੍ਹਾਂ ਗੱਲ ਕਰਕੇ ਵੀ ਕੀ ਜਵਾਬ ਅਗਲੇ ਨੂੰ ਦੇਣਾ ਮੈਂ, ਝੂਠ ਨਹੀਂ ਬੋਲਣਾ, ਮੈਂ ਕਿਸੇ ਨਾਲ ਠੱਗੀ-ਠੋਰੀ ਨਹੀਂ ਮਾਰਨੀ, ਮੈਂ ਕਿਸੇ ਦਾ ਨੁਕਸਾਨ ਨਹੀਂ ਕਰਨਾ, ਮੈਂ ਕਿਸੇ ਦਾ ਬੁਰਾ ਨਹੀਂ ਚਿਤਵਣਾ, ਮੈਂ ਹੋਨੈਸਟੀ ਰੱਖਣੀ ਆ, ਆਪਣੇ ਕੰਮ ਦੇ ਨਾਲ ਹੋਨੈਸਟੀ ਰੱਖਣੀ ਆ, ਆਪਣੀ ਕਿਰਤ ਦੇ ਨਾਲ ਹੋਨੈਸਟੀ ਰੱਖਣੀ ਆ, ਪਰਿਵਾਰ ਦੇ ਨਾਲ ਹੋਨੈਸਟੀ ਰੱਖਣੀ ਹੈ, ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ, ਸਾਕ ਸੰਬੰਧੀਆਂ ਦੇ ਨਾਲ ਹੋਨੈਸਟੀ ਰੱਖਣੀ ਹੈ। ਜਦੋਂ ਤੱਕ ਇਹ ਨਹੀਂ ਕਰਾਂਗੇ ਅਸੀਂ ਮਨਮੁਖੀ ਹਾਂ। ਜਪੀ ਜਾਓ ਨਾਮ ਵੀ, ਮਹਾਰਾਜ ਕਹਿੰਦੇ ਨਾਮ ਵੀ ਜਪੀ ਜਾਓ ਭਾਵੇਂ, ਪਰ ਜਦੋਂ ਤੱਕ ਆਹ ਕੰਮ ਨਹੀਂ ਹੋਇਆ, ਉਹ ਤੁਹਾਡੇ ਤੇ ਕੋਈ ਅਸਰ ਨਹੀਂ ਹੋ ਰਿਹਾ ਉਹਦਾ। ਤੁਸੀਂ ਮਨ ਨੂੰ ਤੇ ਸਾਧਿਆ ਹੀ ਨਹੀਂ, ਮਨ ਨੂੰ ਤੇ ਸਮਝਾਇਆ ਹੀ ਨਹੀਂ, ਉਦਮ ਤੇ ਕੀਤਾ ਹੀ ਨਹੀਂ। ਸੋ ਹਲੇ ਇਸ ਚੀਜ਼ ਨੂੰ ਟਾਈਮ ਲੱਗਣਾ, ਇਸ ਚੀਜ਼ ਨੂੰ ਬਹੁਤ ਟਾਈਮ ਲੱਗਣਾ। ਸਾਡੇ ਜਿਹੜੇ ਮੇਰੇ ਸੰਪਰਕ 'ਚ ਲੋਕ ਨੇ ਜਾਂ ਦੋਸਤ ਮਿੱਤਰ ਨੇ, ਜਾਣਦੇ ਨੇ ਕਿ ਅਸੀਂ ਕਦੋਂ ਤੋਂ ਇਸ ਪਾਸੇ ਲੱਗੇ ਹੋਏ ਹਾਂ। ਸਾਡਾ ਸਾਰਾ ਜੀਵਨ, ਸਾਡੇ ਮਾਪਿਆਂ ਦਾ ਜੀਵਨ, ਉਹਨਾਂ ਦਾ ਦਾਦਾ-ਦਾਦੀ, ਨਾਨਾ-ਨਾਨੀ ਦਾ ਜੀਵਨ ਇਸ ਤਰ੍ਹਾਂ ਦਾ ਹੀ ਸੀ। ਉਹਨਾਂ ਨੂੰ ਵਿਚਾਰਦੇ, ਹੌਲੀ-ਹੌਲੀ ਦੇਖਦੇ, ਸੁਣਦੇ, ਸਿੱਖਦੇ ਇੱਥੋਂ ਤੱਕ ਪਹੁੰਚੇ ਹਾਂ। ਗਾਂਹ ਦਾ ਪਤਾ ਨਹੀਂ, ਪਰ ਲੇਕਿਨ ਅੱਜ ਅੱਜ ਸੈਟਿਸਫੈਕਸ਼ਨ ਹੈ ਕਿ ਹਾਂਜੀ ਅਸੀਂ ਸਿੱਖਣਾ ਆਰੰਭ ਕਰ ਦਿੱਤਾ, ਗੁਰਬਾਣੀ ਨੂੰ ਅਸੀਂ ਖੋਜਣਾ ਆਰੰਭ ਕਰ ਦਿੱਤਾ। ਇੰਨਾ ਹੀ ਬਹੁਤ ਹੈ। ਕਿਉਂ? ਨਾਨਕ ਗੁਰ ਬਿਨ ਘਾਟੇ ਘਾਟ। ਠੀਕ ਹੈ ਜੀ। ਅੱਗੇ ਚੱਲੀਏ ਨੰਬਰ 39 ਤੇ। ਕਹਿੰਦੇ ਹੁਣ ਇਹਦੀ ਸਪੀਡ ਵੱਧ ਜਾਣੀ ਆ। ਆਪਾਂ ਨੂੰ ਹੁਣ ਜਿਉਂ-ਜਿਉਂ ਆਪਣੀ ਟਰਮੀਨੋਲੋਜੀ ਠੀਕ ਹੋ ਗਈ, ਆਪਾਂ ਨੂੰ ਗਿਆਨ ਦਾ ਪਤਾ ਲੱਗ ਗਿਆ, ਮੀਨਿੰਗਸ ਕਲੀਅਰ ਹੋਣੇ ਸ਼ੁਰੂ ਹੋ ਗਏ, ਆਪਾਂ ਨੂੰ ਫਿਰ ਇਹਦੀ ਜ਼ਿਆਦਾ ਮਸ਼ੱਕਤ ਨਹੀਂ ਕਰਨੀ ਪੈਣੀ। ਕਹਿੰਦੇ ਜਿਸ ਗੁਰ ਮਿਲੈ ਤਿਸ ਪਾਰ ਉਤਾਰੈ। ਜਿਹਨੂੰ ਸ਼ਬਦ ਇੱਕ ਵਾਰੀ ਮਿਲ ਗਿਆ, ਜਿਹਨੂੰ ਗੁਰ ਇੱਥੇ ਸ਼ਬਦ ਦਾ ਲਖਾਇਕ ਹੈ। ਗੱਗੇ ਨੂੰ ਵੀ ਔਂਕੜ ਹੈ ਤੇ ਰਾਰੇ ਨੂੰ ਵੀ ਔਂਕੜ। ਇਹਨੂੰ ਪੜ੍ਹਨਾ ਗੁਰ, ਜਿਸ ਗੁਰ ਮਿਲੈ ਤਿਸ ਪਾਰੇ ਉਤਾਰੈ। ਕਹਿੰਦੇ ਜਿਹਨੂੰ ਮਿਲ ਪਿਆ ਉਹਨੂੰ ਫਿਰ ਪਾਰ ਲੰਘਾ ਕੇ ਹੀ ਛੱਡੂ। ਅਵਗਣ ਮੇਟੈ ਗੁਣ ਨਿਸਤਾਰੈ। ਉਹਦੀਆਂ ਫਿਰ ਡੀਮੈਰਿਟਸ, ਅਵਗੁਣ ਨੇ ਜਿਹੜੇ ਉਹਦੇ, ਉਹ ਖਤਮ ਹੋਣਗੇ ਤੇ ਨਾਮ ਅਭਿਆਸ ਦੇ ਨਾਲ ਗੁਣੇ ਨਾਣੇ ਨੂੰ ਸਿਹਾਰੀ। ਜਿੱਥੇ ਨਾਣੇ ਨੂੰ ਸਿਹਾਰੀ ਆ ਜੇ, ਗੁਣੇ ਨਿਸਤਾਰੈ, ਉਹਦਾ ਮਤਲਬ ਸ਼ਬਦ ਦੇ ਜਾਪ ਨੇ ਉਹਦਾ ਨਿਸਤਾਰਾ ਕਰ ਦੇਣਾ। ਗੁਣੇ ਗੁਣ ਗਾਉਣੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਕਾਰਤ ਕੀਨ। ਜਨਮ ਕਿਸ ਚੀਜ਼ ਨਾਲ ਵੇਸਟ ਜਾ ਰਿਹਾ? ਨਾਮ ਜਪਣ ਤੋਂ ਬਿਨਾਂ। ਸੋ ਜਿੱਥੇ ਕਿਤੇ ਗੁਣ ਨਾਣੇ ਨੂੰ ਸਿਹਾਰੀ ਆ ਰਹੀ ਹੈ, ਉਸ ਚੀਜ਼ ਦੇ ਨਾਲ, ਗੁਣ ਦਾ ਮਤਲਬ ਵੈਸੇ ਵੀ ਗੁਣ ਗਾਉਣਾ, ਅਕਾਲ ਪੁਰਖ ਦਾ ਨਾਮ ਜਪਣਾ ਹੀ ਹੈ, ਲੇਕਿਨ ਇੱਥੇ ਸਿਹਾਰੀ ਆ ਰਹੀ ਹੈ, ਉਹ ਫਿਰ ਨਿਸਤਾਰਾ ਇਸ ਚੀਜ਼ ਤੋਂ। ਅਵਗੁਣ ਪਹਿਲਾਂ ਉਹਦੇ ਖਤਮ ਹੋਣਗੇ ਅਭਿਆਸੀ ਦੇ, ਉਹਦਾ ਫਿਰ ਨਿਸਤਾਰਾ ਹੋਊਗਾ, ਮਾਇਆ ਤੋਂ ਪਰੇ ਜਾਊਗਾ, ਅਵਸਥਾ ਬਣੂਗੀ। ਫਿਰ ਕਹਿੰਦੇ ਮੁਕਤੇ ਮਹਾ ਸੁਖ ਗੁਰ ਸ਼ਬਦ ਵਿਚਾਰ। ਉਹ ਵਿਕਾਰਾਂ ਤੋਂ ਬਚ ਗਿਆ। ਮਹਾ ਸੁਖ ਗੁਰ ਸ਼ਬਦ ਵਿਚਾਰ। ਉਹਨੂੰ ਫਿਰ ਨਾਮ ਅਭਿਆਸ ਦਾ, ਨਾਮ ਜਪਣ ਦਾ ਪਤਾ ਲੱਗ ਗਿਆ ਕਿ ਹਾਂ ਵੀ ਆਹ ਤਾਂ ਮੇਰਾ ਨਿਸਤਾਰਾ ਹੋ ਰਿਹਾ, ਮੈਨੂੰ ਫਰਕ ਪੈ ਰਿਹਾ। ਅਵਗਣ ਮੇਟੈ, ਅਵਗੁਣ ਖਤਮ ਹੋਏ। ਉਹ ਆਪਣਾ ਐਨਾਲਿਸਿਸ ਕਰੇਗਾ। ਬੰਦੇ ਖੋਜ ਦਿਲ ਹਰ ਰੋਜ਼। ਇਹ ਨਹੀਂ ਹੈ ਵੀ ਖੋਜ ਕਰਨੀ, ਨਾ 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 ਨਾ, ਉਹ ਅਭਿਆਸ ਕਰਨਾ ਰੋਜ਼।
ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉਠ ਹਰ ਨਾਮ ਤੇ ਆਵੇ, ਇਹੀ ਖੋਜ ਹੈ। ਇਹੀ ਬੰਦੇ ਨੂੰ ਕਿਹਾ ਕਿ ਬੰਦੇ ਖੋਜ ਦਿਲ ਹਰ ਰੋਜ਼, ਕੋਈ ਵੇਲਾ ਮਿਸ ਨਾ ਕਰ। ਹੁਣੇ ਨਿਸਤਾਰੇ, ਨਾਮ ਅਭਿਆਸ ਦੇ ਨਾਲ ਹੀ ਉਹਦਾ ਨਿਸਤਾਰਾ ਹੋਏਗਾ। ਨਿਸਤਾਰਾ ਹੋਇਆ, ਮੁਕਤ ਹੋਈ, ਤੇ ਉਹਨੂੰ ਸ਼ਬਦ ਦੀ ਵਿਚਾਰ ਦੇ ਜਿਹੜੀ ਜਿਹੜੀ ਉਹਦੀਆਂ ਮੈਰਿਟ ਸੀਗੀਆਂ, ਸ਼ਬਦ ਦੀ ਜਿਹੜੀ ਮਹਾਨਤਾ ਸੀ, ਜਿਹੜੀ ਪ੍ਰਮੁੱਖਤਾ ਸੀ, ਜਿਹੜੀ ਜਿਹੜੀ ਸ਼ਬਦ ਦੀ ਤਾਕਤ ਸੀ, ਉਹਦੇ ਬਾਰੇ ਉਹਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ। ਫਿਰ ਕਹਿੰਦੇ ਗੁਰਮੁਖ ਉਸ ਸਿਸਟਮ ਦੇ ਅਧੀਨ ਕਦੇ ਨਾ ਆਵੇ ਹਾਰ। ਉਹ ਫਿਰ ਬਾਰੀ ਸੰਸਾਰਕ ਤੌਰ ਤੇ ਭਾਵੇਂ ਰਵੇ ਉਹ ਵਿਚਾਰਾ ਗਰੀਬ, ਪਾਟਾ ਝੱਗਾ ਪਾਈ ਫਿਰੇ, ਲੇਕਿਨ ਉਹ ਦਰਗਾਹ 'ਚ ਨਹੀਂ ਹਾਰੇਗਾ। ਲੇਕਿਨ ਉਹ ਦਰਗਾਹ 'ਚ ਨਹੀਂ ਹਾਰੇਗਾ। ਉਹਨੂੰ ਫਿਰ ਕੋਈ ਕਹਿਣ ਵਾਲਾ ਨਹੀਂ, ਉੱਥੇ ਪੁੱਛ ਨਾ ਸਕਿਆ ਕੋਈ, ਹਰ ਦਰ ਸਭ ਢੋਈ। ਕਹਿੰਦੇ ਤਨ ਹੱਟੜੀ ਇਹ ਮਨ ਵਣਜਾਰਾ। ਇਹ ਮਨ ਵਪਾਰ ਕਰਨ ਵਾਲਾ ਐਸ ਤਨ ਦੇ ਅੰਦਰ ਬੈਠਾ, ਤਨ ਦੀ ਦੁਕਾਨ ਦੇ ਅੰਦਰ, ਤਨ ਦੀ ਹੱਟੀ ਦੇ ਅੰਦਰ ਬੈਠਾ। ਨਾਨਕ ਸਹਿਜੇ ਸੱਚ ਵਪਾਰਾ। ਕਹਿੰਦੇ ਅਵਸਥਾ ਇਹ ਬਣ ਗਈ ਹੈ, ਵਿਚਾਰਾਂ ਤੋਂ ਮੁਕਤ ਹੋ ਕੇ ਗੁਰਸ਼ਬਦ ਦੀ ਵਿਚਾਰ ਨਾਲ ਜਾਣ ਪਛਾਣ ਹੋਣ ਤੋਂ ਬਾਅਦ, ਕਿ ਹੁਣ ਜਿਹੜਾ ਵਪਾਰ ਹੈ ਉਹ ਆਪਣੇ ਆਪ ਹੀ ਸਹਿਜ ਅਵਸਥਾ 'ਚ ਹੋਈ ਜਾ ਰਿਹਾ। ਨਾਨਕ ਸਹਿਜੇ ਸੱਚ ਵਪਾਰਾ। ਜਦੋਂ ਮਨ ਉਸ ਨਾਮ ਦਾ ਵਣਜਾਰਾ ਬਣ ਗਿਆ, ਮਨ ਐਸ ਤਨ ਦੇ ਅੰਦਰ ਟਿਕ ਗਿਆ, ਉਹਨੇ ਬਾਹਰ ਜਾਣਾ ਛੱਡਤਾ, ਉਹ ਵਿਚਾਰਾਂ ਤੋਂ ਮੁਕਤ ਹੋ ਗਿਆ, ਉਹਨੂੰ ਨਾਮ ਜਪਣ ਦੀ, ਨਾਮ ਦੀ ਕਮਾਈ ਦਾ ਅਹਿਸਾਸ ਹੋ ਗਿਆ। ਨਾਨਕ ਸਹਿਜੇ ਸੱਚ ਵਪਾਰਾ। ਬੜੇ ਆਰਾਮ ਨਾਲ ਫਿਰ ਉਹ ਸੱਚ ਦਾ ਵਪਾਰ ਕਰਨਾ ਆਰੰਭ ਕਰ ਦਿੱਤਾ। ਇਹ ਹੋ ਗਿਆ ਪਦਾ ਨੰਬਰ 39, ਸਹਿਜ ਅਵਸਥਾ 'ਚ ਜਾ ਕੇ ਸੱਚ ਦਾ ਵਪਾਰ। ਆ ਲਓ ਜੀ, ਹੁਣ ਇਹ ਚੀਜ਼ ਅੱਜ ਨਵੀਂ ਖੁੱਲਣੀ ਹੈ ਪਦੇ ਨੰਬਰ 40 ਦੇ ਵਿੱਚ। ਇਸ ਤੋਂ ਗਾਂਹ ਦੇਖਦੇ ਆ ਪਦਾ ਨੰਬਰ 40। ਹੁਣ ਹੈ ਕਿ ਗੁਰਮੁਖ ਬੰਧਿਓ ਸੇਤ ਵਿਧਾਤਾ। ਸੇਤ ਕਹਿੰਦੇ ਹੈ ਬ੍ਰਿਜ ਨੂੰ। ਹੁਣ ਆਪਾਂ ਪਿੱਛੇ ਗੱਲ ਕਰਕੇ ਆਏ ਆ, ਤਨ ਹੱਟੜੀ ਇਹ ਮਨ ਵਣਜਾਰਾ, ਨਾਨਕ ਸਹਿਜੇ ਸੱਚ ਵਪਾਰਾ। ਸੱਚ ਦਾ ਵਪਾਰ ਕੀ ਹੈ? ਕੀ ਇਹ ਸੱਚਾ ਸੌਦਾ ਹੈ? ਇਹ ਉਹ ਕਹਾਣੀ ਇੱਥੇ ਫਿੱਟ ਕਰੀਏ ਵੀ 20 ਰੁਪਏ ਦਿੱਤੇ, ਉਹ 20 ਰੁਪਏ ਦਿੱਤੇ, ਉਹ ਭਲੇ ਉਹ ਪਹਿਲੀ ਗੱਲ ਤੇ ਦੇਖੋ ਵੀ ਰੁਪਈਏ ਹੁੰਦੇ ਨਹੀਂ ਸੀ ਉਸ 'ਚ। ਕਿਹੜੀ ਟਕਸਾਲ ਲੱਗੀ ਸੀ ਇੰਡੀਆ ਗਵਰਨਮੈਂਟ ਦੀ ਉੱਥੇ ਇੰਡੀਆ 'ਚ, ਜਿੱਥੇ ਨੋਟ ਛਾਪਦਾ ਸੀ 20 ਦਾ। ਦੇਖੋ ਕਿੱਡਾ ਮੂਰਖ ਬਣਾਇਆ ਸਾਨੂੰ। ਕਹਿੰਦੇ 20 ਰੁਪਏ ਦਿੱਤੇ ਤੇ ਜਾ ਕੇ ਬਾਬੇ ਨਾਨਕ ਨੇ ਕੀ ਕੀਤਾ? ਬਾਬਾ ਨਾਨਕ ਇੰਨਾ ਦਿਮਾਗੀ, ਇੰਨਾ ਇੰਟੈਲੀਜੈਂਟ ਔਰ ਇੱਕ ਨਾਮ ਤੇ ਭਰੋਸਾ ਰੱਖਣ ਵਾਲਾ, ਔਰ ਉਹਨੂੰ ਦਿਖਾਤਾ ਵੀ ਉਹ 20 ਦਾ 20 ਜਾ ਕੇ ਉਹਨੇ ਲੰਗਰ ਛਕਾਤਾ ਜੀ। ਇਹ ਮਾੜੀ ਗੱਲ ਨਹੀਂ ਹੈ, ਅਸੀਂ ਉਸ ਚੀਜ਼ ਨੂੰ ਰਿਜੈਕਟ ਨਹੀਂ ਕਰਦੇ, ਪਰ ਉਹ ਬਾਬੇ ਨਾਨਕ ਦੇ ਜਿਹਨੇ ਐਸਾ ਗਿਆਨ ਅਵੱਲਾ ਦਿੱਤਾ, ਜਿਹੜਾ ਕਹਿ ਰਿਹਾ ਤਨ ਹੱਟੜੀਏ ਮਨ ਵਣਜਾਰਾ, ਨਾਨਕ ਸਹਿਜੇ ਸੱਚ ਵਪਾਰਾ, ਜਿਹੜਾ ਸਾਨੂੰ ਇਹ ਦੱਸ ਰਿਹਾ ਕਿ ਜਿਸ ਗੁਰ ਮਿਲੈ ਤਿਸ ਪਾਰ ਉਤਾਰੇ, ਉਹਨੇ ਸਾਧੂਆਂ ਨੂੰ ਲੰਗਰ ਛਕਾ ਕੇ ਪਾਰ ਜਾਣਾ ਸੀ। ਅੰਦਰ ਰੋਹ ਜਾਗਦਾ। ਮੈਂ ਲਫ਼ਜ਼ਾਂ ਨੂੰ ਬੜਾ ਕੰਟਰੋਲ ਕਰਕੇ ਬੜਾ ਧਿਆਨ ਨਾਲ ਬੋਲਦਾ, ਲੇਕਿਨ ਰੋਹ ਜਾਗਦਾ ਅੰਦਰ ਕਿ ਬਾਬੇ ਨਾਨਕ ਦੇ ਉੱਤੇ ਐਸੀ ਚੀਜ਼ ਮੜਤੀ ਵੀ ਲੰਗਰ ਛਕਾਤਾ 20 ਰੁਪਏ ਦਾ। ਉਹ ਮੂਰਖ ਬਣਾਇਆ ਜਾ ਰਿਹਾ। ਔਰ ਕੋਈ ਉਹਦਾ ਗਵਾਹ ਨਹੀਂ ਹੈ। ਏਦਾਂ ਸਾਖੀਆਂ ਲਿਖੀਆਂ ਵੀ ਦੇਖੋ ਬਾਬਾ ਨਾਨਕ ਕਹਿੰਦੇ ਮੰਜੀ ਤੇ ਚੌਂਕੜਾ ਮਾਰ ਕੇ ਬੈਠਾ ਸੀ, ਜਿੱਦਾਂ ਉਹਨਾਂ ਨੇ ਵੀਡੀਓ ਦੇਖੀ ਹੁੰਦੀ ਬਾਬੇ ਨਾਨਕ ਦੀ। ਫਿਰ ਕਹਿੰਦੇ ਉਹਦੇ ਸੱਜੇ ਬੰਨੇ ਬਾਲਾ ਜੀ ਬੈਠੇ ਤੇ ਖੱਬੇ ਬੰਨੇ ਥੱਲੇ ਮੰਜੇ ਦੇ ਭਾਈ ਮਰਦਾਨਾ ਜੀ ਬੈਠੇ। ਉਹ ਇਹਨਾਂ ਨੂੰ ਪੁੱਛੇ ਵੀ ਤੁਸੀਂ ਕੋਈ ਪਿਕਚਰ ਦੇਖੀ ਬਾਬੇ ਨਾਨਕ ਦੀ ਏਦਾਂ ਦੀ? ਆ ਅਵਸਥਾ ਦੇਖੋ ਕਿੱਥੇ ਜਾ ਰਹੀ ਹੈ ਬਾਬੇ ਨਾਨਕ ਦੀ। ਕਹਿ ਰਿਹਾ ਜਿਸ ਗੁਰ ਮਿਲੈ ਤਿਸ ਪਾਰ ਉਤਾਰੈ, ਅਵਗਣ ਮੇਟੈ ਗੁਣੇ ਨਿਸਤਾਰੈ, ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾਰ। ਮਹਾ ਸੁਖ ਦੀ ਗੱਲ ਕਰ ਰਹੇ, ਸ਼ਬਦ ਦੀ ਵਿਚਾਰ ਦੀ ਗੱਲ ਕਰ ਰਹੇ।
ਔਰ ਉਹਨੇ 20 ਰੁਪਏ ਦਾ ਸੌਦਾ ਉੱਥੇ ਲੰਗਰ ਛਕਾ ਕੇ ਉਹਨੇ ਤਰਨਾ ਸੀ ਦੁਨੀਆ ਤੋਂ। ਅੱਗੇ ਕੀ ਕਹਿ ਰਹੇ, ਕਹਿੰਦੇ ਗੁਰਮੁਖੇ ਕਦੇ ਨਾ ਆਵੇ ਹਾਰ। ਕਹਿੰਦੇ ਇਹ ਨਾ ਸੋਚੀ ਤੂੰ ਨਾਮ ਜਪਣ ਲੱਗ ਗਿਆ, ਹੋਰ ਕੱਖ ਨਹੀਂ ਕਰ ਰਿਹਾ ਤੇ ਤੂੰ ਹਾਰ ਜਾਏਗਾ ਵੀ ਆਹ ਤੇ ਤੂੰ ਨਿਤਨੇਮ ਤੇ ਕੀਤਾ ਹੀ ਨਹੀਂ, ਤੂੰ ਤੇ ਜੀ ਰਹਿਤ ਮਰਿਆਦਾ ਤੇ ਰੱਖੀ ਨਹੀਂ, ਆਹ ਤੇ ਤੂੰ ਬਾਣਾ ਤੇ ਇਦਾਂ ਦਾ ਪਾਇਆ ਹੀ ਨਹੀਂ, ਨੀਲਾ ਦਮਾਲਾ ਤੇ ਬੰਨਿਆ ਹੀ ਨਹੀਂ, ਏਦਾਂ ਨਾ ਸੋਚੀ ਤੂੰ ਹਾਰ ਜਾਏਗਾ। ਦੁਨਿਆਵੀ ਤੌਰ ਤੇ ਭਾਵੇਂ ਤੈਨੂੰ ਧੱਕੇ ਪੈ ਜਾਣ, ਤੇਰੇ ਆਪਣੇ ਬੰਦੇ ਤੈਨੂੰ ਮਧੋਲ ਕੇ ਰੱਖ ਦੇਣ, ਤੈਨੂੰ ਬੇਇੱਜ਼ਤ ਕਰ ਦੇਣ, ਪਰ ਦਰਗਾਹ ਦੇ ਉੱਤੇ ਤੂੰ ਕਦੇ ਨਹੀਂ ਹਾਰੇਗਾ। ਕਹਿੰਦੇ ਤਨ ਹੱਟੜੀ ਇਹ ਮਨ ਵਣਜਾਰਾ, ਨਾਨਕ ਸਹਿਜੇ ਸੱਚ ਵਪਾਰਾ, ਇਹ ਹੈ ਸੱਚਾ ਸੌਦਾ। ਹੁਣ ਬਾਬੇ ਨਾਨਕ ਦਾ ਸ਼ਬਦ ਦੇਖੀਏ ਵੀ ਸੱਚੇ ਸੌਦੇ ਦੇ ਉੱਤੇ ਬਾਬੇ ਨਾਨਕ ਨੇ ਕੋਈ ਸ਼ਬਦ ਦਿੱਤਾ। ਆਪਾਂ ਇਹ ਆ ਗੱਲ ਹੱਥ ਚ ਆਈ ਹੈ, ਇਹਨੂੰ ਖੋਲ ਹੀ ਲਈਏ ਚੰਗੀ ਤਰ੍ਹਾਂ। ਬਾਬਾ ਨਾਨਕ ਕਹਿੰਦਾ ਸੱਚਾ ਸੌਦਾ ਹਰ ਨਾਮ ਹੈ, ਸੱਚਾ ਵਪਾਰਾ ਰਾਮ। ਇਹ ਮਹੱਲੇ ਤੀਜੇ ਦੀ ਬਾਣੀ ਹੈ, ਵਡਹੰਸ ਮਹੱਲਾ ਤੀਜਾ। ਉਹੀ ਨਾਨਕ ਜੋਤ ਹੈ। ਕਹਿੰਦੇ ਸੱਚਾ ਸੌਦਾ ਹਰ ਨਾਮ ਹੈ, ਨਾਮ ਜਪਣਾ ਹੀ ਸੱਚਾ ਸੌਦਾ ਹੈ। ਸੱਚਾ ਵਪਾਰਾ ਰਾਮ, ਗੁਰਮਤੀ ਹਰ ਨਾਮ ਵਣਜੀ ਹੈ। ਗੁਰੂ ਦੀ ਮੱਤ ਦੇ ਅਨੁਸਾਰ ਨਾਮ ਦਾ ਵਪਾਰ ਕਰ, ਅਤਮੋਲ ਅਫਾਰਾ ਰਾਮ। ਗੁਰੂ ਦੀ ਮੱਤ ਦੇ ਉੱਤੇ ਤੁਰ ਕੇ ਐਸ ਨਾਮ ਦਾ ਵਪਾਰ ਕਰ, ਇਸ ਦਾ ਮੁੱਲ ਬਹੁਤ ਜ਼ਿਆਦਾ ਪੈ ਜਾਣਾ, ਬਹੁਤ ਜ਼ਿਆਦਾ ਇਸ ਦਾ ਮੁੱਲ ਪੈਣਾ। ਅਤਮੋਲ ਅਫਾਰਾ, ਸੱਚ ਵਪਾਰਾ, ਸੱਚ ਵਪਾਰ ਲੱਗੇ ਵਡ ਭਾਗੀ, ਅੰਤਰ ਬਾਹਰ ਭਗਤੀ ਰਾਤੇ, ਸੱਚ ਨਾਮ ਲਿਵ ਲਾਗੀ। ਨਦਰ ਕਰੇ ਸੋਈ ਸੱਚ ਪਾਏ, ਗੁਰ ਕੈ ਸ਼ਬਦੇ ਵਿਚਾਰਾ, ਨਾਨਕ ਨਾਮੇ ਰਤੇ ਤਿਨ ਹੀ ਸੁਖ ਪਾਇਆ, ਸਾਚੇ ਕੇ ਵਾਪਾਰਾ। ਲਾ ਲੋ ਲੰਗਰ, 20 ਰੁਪਏ ਦਾ ਸੌਦਾ। ਕਿਆ ਝੂਠ ਟਕਾਇਆ, ਕਿਆ ਅਸੀਂ ਗੁਰਬਾਣੀ ਛੱਡ ਕੇ ਔਰ ਹਿਸਟਰੀ ਨੂੰ ਮਾਨਤਾ ਦੇਤੀ ਇੰਨੀ ਕਿ ਜੀ ਆਹੀ ਸਾਰਾ ਇਦਾਂ ਲਿਖਿਆ ਜੀ, ਆਹ ਭਾਈ ਵੀਰ ਸਿੰਘ ਹੈ ਜੀ, ਆਹ ਫਲਾਣੇ ਦਾ ਇਤਿਹਾਸ ਹੈ, ਫਲਾਣੇ ਦਾ ਇਤਿਹਾਸ ਹੈ। ਉਹ ਸਾਡਾ ਪੱਠਾ ਬਿਠਾਤਾ ਉਹਨਾਂ ਨੇ, ਸਾਨੂੰ ਗੁਰਬਾਣੀ ਨਾਲੋਂ ਤੋੜ ਦਿੱਤਾ। ਸਾਡੇ ਚ ਇੰਨੀ ਹਿੰਮਤ ਨਹੀਂ ਆਈ ਵੀ ਆ ਕਰ ਕੀ ਰਹੇ ਆ, ਕਹਿਣ ਦੀ ਹਿੰਮਤ ਨਹੀਂ ਆਈ ਕਿਸੇ ਨੂੰ ਗੁਰਦੁਆਰਿਆਂ ਚ ਜਾ ਕੇ। ਇਹ ਗੱਲਾਂ ਅੱਜ ਥੋੜੀਆਂ ਜੀਆਂ ਔਖੀਆਂ ਹਜ਼ਮ ਹੋਣਗੀਆਂ, ਲੇਕਿਨ ਹੋਰ 20 ਸਾਲਾਂ ਨੂੰ ਇਹ ਗੱਲਾਂ ਲੋਕ ਯਾਦ ਕਰਨਗੇ। ਫਿਰ ਪਦਾ ਨੰਬਰ 40 ਆਪਾਂ ਵਿਚਾਰ ਰਹੇ ਸੀ, ਗੁਰਮੁਖ ਬੰਦਿਓ ਸੇਤ ਵਿਧਾਤੇ। ਗੁਰਮੁਖ ਨੇ ਹੁਣ ਇਹ ਗੱਲ ਪੂਰੀ ਐਨ ਜੋੜਨੀ ਆਪਾਂ ਉੱਥੇ ਉਹ ਕੰਨਿਆ ਕੁਮਾਰੀ ਤੋਂ ਲੈ ਕੇ ਸ਼੍ਰੀ ਲੰਕਾ ਤੱਕ, ਜਿਹੜਾ ਉਹ ਰਾਮ ਰਾਮ ਲਿਖਦੇ ਗਏ, ਪੱਥਰ ਸੁੱਟਦੇ ਗਏ ਤੇ ਉੱਥੇ ਕਹਿੰਦੇ ਸੇਤੂ ਬਣ ਗਿਆ, ਪੁਲ ਬਣ ਗਿਆ, ਬ੍ਰਿਜ ਬਣ ਗਿਆ। ਉਹ ਕੋਈ ਸਾਇੰਸ ਸੂੰਸ ਦੀ ਹੈ, ਉਹ ਕੋਈ ਐਸਾ ਪੱਥਰ ਹੈ ਜਿਹਦਾ ਵਜ਼ਨ ਹੀ ਨਹੀਂ ਹੁੰਦਾ, ਉਹ ਤਰਦਾ ਰਹਿੰਦਾ। ਉਹ ਡਿਫਰੈਂਟ ਚੀਜ਼ ਹੈ, ਲੇਕਿਨ ਆਪਾਂ ਉਸ ਪਾਸੇ ਨਹੀਂ ਜਾਣਾ। ਇਹ ਗੁਰਮੁਖ ਬੰਦੇ ਉਹ ਸੇਧ, ਗੁਰਮੁਖ ਸਿਸਟਮ ਦੇ ਅਧੀਨ ਆ ਕੇ ਅਭਿਆਸੀ ਨੇ ਇੱਕ ਆਪਣੇ ਵਿਚਕਾਰ ਤੇ ਇੱਕ ਅਕਾਲ ਪੁਰਖ ਦੇ ਵਿਚਕਾਰ ਇੱਕ ਪੁਲ ਬੰਧਿਆ, ਪੁਲ ਬੰਨਣਾ ਸ਼ੁਰੂ ਕੀਤਾ। ਨਾਮ ਦੀ ਸਾਂਝ, ਗਿਆਨ ਲੈ ਕੇ ਨਾਮ ਦੇ ਰਸਤੇ ਤੇ ਗੁਰ ਸਤਗੁਰ ਕਾ ਜੋ ਸਿੱਖ ਖਾਏ, ਸੋ ਭਲ ਕੇ ਉਠ ਹਰ ਨਾਮ ਧਿਆਏ। ਹੁਣ ਉਹਨੇ ਆ ਕੰਮ ਕਰਨਾ ਸ਼ੁਰੂ ਕੀਤਾ, ਤੇ ਜਿਹੜਾ ਉਹ ਬ੍ਰਿਜ ਸੀਗਾ ਅਭਿਆਸੀ ਦੇ ਵਿਚਕਾਰ ਤੇ ਪਰਮਾਤਮਾ ਦੇ ਵਿਚਕਾਰ ਦਾ ਜਿਹੜਾ ਰਾਹ ਸੀ, ਉਹਨੇ ਕਵਰ ਕਰਨਾ ਸ਼ੁਰੂ ਕੀਤਾ। ਕਹਿੰਦੇ ਲੰਕਾ ਲੂਟੀ, ਦੈਂਤ ਸੰਤਾਪੇ। ਫੋਰ ਐਗਜ਼ਾਮਪਲ ਕਿ ਰਾਵਣ ਦੀ ਲੰਕਾ ਸੀ, ਤੇ ਉਹ ਸਾਰੀ ਲੰਕਾ ਦਾ ਕਹਿੰਦੇ ਰਾਮਚੰਦਰ ਨੇ ਉਧਾਰ ਕੀਤਾ। ਹੁਣ ਕੀ ਹੈ, ਇਹ ਲੰਕਾ ਹੈ ਸਾਡਾ ਜਿਹੜਾ ਜਨਮ ਮਰਨ ਦਾ ਗੇੜ, ਇਹ ਦੁਨਿਆਵੀ ਹੈ। ਇੱਥੇ ਆਇਓ, ਅੱਜ ਅੱਜ ਆ ਚੰਗੀ ਤਰ੍ਹਾਂ ਖੋਲ ਦੇਣਾ, ਟਾਈਮ ਭਾਵੇਂ ਲੱਗ ਜੇ ਲੇਕਿਨ ਇਹਨੂੰ ਖੋਲਣਾ। ਲੰਕਾ ਕੀ ਹੈ? ਲੰਕਾ ਹੈ ਇਹ ਸਾਡਾ, ਅਸੀਂ ਦੁਨੀਆ ਚ ਆਏ ਆ, ਦੁਨੀਆ ਦੇ ਪ੍ਰਭਾਵ ਦੇ ਹੇਠ, ਮਾਇਆ ਦੇ ਪ੍ਰਭਾਵ ਦੇ ਹੇਠ ਅਸੀਂ ਆਪਣਾ ਇੱਥੇ ਇੱਕ ਤਰ੍ਹਾਂ ਦਾ ਰਾਜ ਭਾਗ ਬਣਾਇਆ ਵੀ ਆ ਮੇਰਾ ਘਰ, ਆ ਮੇਰਾ ਪਰਿਵਾਰ, ਆ ਮੇਰਾ ਬੱਚਾ, ਆ ਬੱਚਾ ਮੇਰਾ ਜੀ ਹੁਣ ਸਾਇੰਟਿਸਟ ਬਣ ਗਿਆ, ਇਹ ਡਾਕਟਰ ਬਣ ਗਿਆ, ਮੇਰਾ ਮੇਰਾ ਮੈਂ ਕਰ ਦਿਆ, ਮੇਰੀ ਪ੍ਰਾਪਰਟੀ ਮੇਰੀ, ਸਾਰਾ ਇਹ
ਇਹਨੇ ਸਾਡਾ ਪੱਠਾ ਬਿਠਾ ਦਿੱਤਾ। ਕਹਿੰਦੇ ਰਾਮਚੰਦ ਮਾਰਿਓ ਹੈ ਰਾਵਣ। ਕਹਿੰਦੇ ਹੁਣ ਕੀ ਕਰਨਾ, ਤੂੰ ਸ਼ਬਦ ਦੇ ਤੀਰ ਚਲਾਉਣੇ ਆ, ਤੇ ਇਹ ਜਿਹੜਾ ਮਨ ਹੈ ਅੰਦਰ ਰਾਵਣ ਜਿਹੜਾ ਤੈਨੂੰ ਭਜਾਈ ਫਿਰਦਾ, ਤੈਨੂੰ ਆਪਣੇ ਅਧੀਨ ਕਰੀ ਫਿਰਦਾ, ਇਹਦਾ ਤੂੰ ਕੰਟਰੋਲ ਕਰਨਾ, ਇਹਨੂੰ ਤੂੰ ਕਾਬੂ ਚ ਕਰਨਾ। ਕਹਿੰਦੇ ਭੇਦ ਭੇਦ ਭਪੀਖਣ ਗੁਰਮੁਖੇ ਪਰਚਾਇਣ। ਕਹਿੰਦੇ ਭਪੀਖਣ ਰਾਵਣ ਦਾ ਭਰਾ ਸੀ। ਕਹਿੰਦੇ ਹੁਣ ਸਤਿਗੁਰ ਦਾ ਜਿਹੜਾ ਉਪਦੇਸ਼ ਹੈ, ਜਿਹੜਾ ਸਤਿਗੁਰ ਦਾ ਨਾਮ ਹੈ, ਜਿਹੜਾ ਸਤਿਗੁਰ ਦਾ ਬਚਨ ਹੈ, ਉਸ ਬਚਨ ਨੇ ਮੈਨੂੰ ਮਾਲਕ ਦਾ ਭੇਦ ਦੇ ਦੇਣਾ ਕਿ ਮਾਲਕ ਤੱਕ ਏਦਾਂ ਪਹੁੰਚ ਕੀਤੀ ਜਾ ਸਕਦੀ ਹੈ, ਮਨ ਨੂੰ ਏਦਾਂ ਮਾਰਿਆ ਜਾ ਸਕਦਾ ਹੈ। ਫਿਰ ਗੁਰਮੁਖੇ ਉਸ ਗੁਰਮੁਖ ਸਿਸਟਮ ਦੇ ਅਧੀਨ ਸਾਇਰ ਕਹਿੰਦੇ ਸਮੁੰਦਰ ਨੂੰ ਪਾਹਣ ਤਾਰੇ, ਉਹ ਸਿਸਟਮ ਦੇ ਅਧੀਨ ਆ ਜਾ, ਤੇ ਇਹ ਜਿਹੜਾ ਭਵ ਸਾਗਰ ਹੈ, ਜਿਹੜਾ ਤੇਰਾ ਪਰਮਾਤਮਾ ਤੋਂ ਤੋੜ ਵਿਛੋੜਾ ਹੋਇਆ, ਤੇ ਉਹ ਕਹਿੰਦੇ ਭਾਵੇਂ ਤੂੰ ਪੱਥਰ ਹੈ, ਬਾਰ-ਬਾਰ ਆਏਗਾ ਹਮ ਪਾਹਨ ਪਾਪੀ, ਏਦਾਂ ਦੇ ਲਫ਼ਜ਼ ਬਾਰ-ਬਾਰ ਗੁਰਬਾਣੀ ਚ ਆਏ ਹੈ। ਕਹਿੰਦੇ ਉਹ ਐਸ ਏਦਾਂ ਜਿਹੜਾ ਤੇਰਾ ਮਨ ਪੱਥਰ ਰੂਪੀ ਹੈ, ਹੁਣ ਇਹ ਪਿਘਲ ਕੇ ਇੰਨਾ ਇਹਨੇ ਐਸਾ ਹੋ ਜਾਣਾ ਕਿ ਸਮੁੰਦਰ ਦੇ ਵਿੱਚ ਇਹਨੇ ਤਰਦੇ ਜਾਣਾ, ਤੇ ਗੁਰਮੁਖ ਕੋਟ 33 ਉਧਾਰੇ, ਤੇ ਗੁਰੂ ਦੇ ਗੁਰਮੁਖ ਸਿਸਟਮ ਦੇ ਅਧੀਨ ਆਇਆ ਜਿਹੜੇ ਕੋਟ 33 ਮਤਲਬ ਕਿ ਜਿਹੜੇ ਤੇਰੇ ਮਨ ਦੇ ਵਿਚਾਰ ਨੇ, ਜਿਹੜੇ ਤੇਰੇ ਮਨ ਦੇ ਵਿੱਚ ਵਲਵਲੇ ਨੇ, ਜਿਹੜੇ ਤੇਰੇ ਉਹਨਾਂ ਨੂੰ ਤੂੰ ਖਤਮ ਕਰ ਲੈਣਾ, ਉਧਾਰ ਹੋ ਜਾਣਾ। ਆ ਸਟੋਰੀ ਹੈ, ਇਹਨੂੰ ਉਹ ਏਡੀ ਕਥਾ ਬਣਾ ਕੇ ਛੱਡੀ ਆ ਇਹਨਾਂ ਨੇ ਵੀ ਰਹਿ ਰੱਬ ਦਾ ਨਾਂ ਉਹ ਮੱਥੇ ਤੇ ਹੱਥ ਮਾਰੇ ਨੇ। ਕੀ ਕੀ ਗੱਲਾਂ ਸਾਨੂੰ ਸਿਖਾਈ ਜਾ ਰਹੇ। ਉਹ ਗੁਰਮੁਖ ਦੀ ਗੱਲ ਹੋ ਰਹੀ ਹੈ, ਖੱਖੇ ਨੂੰ ਸਿਹਾਰੀ ਪਾਈ ਹੈ, ਅਸੀਂ ਇੱਕ ਸਿਸਟਮ ਨੂੰ ਵਿਚਾਰਦੇ ਆ ਰਹੇ ਹਾਂ। ਗੁਰਮੁਖ ਬਣਦੇ ਉਹ ਸੇਤ ਵਿਧਾਤਾ, ਗੁਰੂ ਦੇ ਗੁਰਮੁਖ ਸਿਸਟਮ ਦੇ ਅਧੀਨ ਆ ਕੇ ਅਭਿਆਸੀ ਨੇ ਆਪਣੇ ਤੇ ਪ੍ਰਮਾਤਮਾ ਦੇ ਵਿਚਕਾਰ ਨਾਮ ਦਾ ਜਿਹੜਾ ਪੁਲ ਬੰਨਣਾ ਸ਼ੁਰੂ ਕੀਤਾ, ਸੇਤੂ, ਸੇਤ, ਪੁਲ, ਬ੍ਰਿਜ। ਕਹਿੰਦੇ ਲੰਕਾ ਲੂਟੀ ਦੈਂਤ ਸੰਤਾਪੇ, ਮਨ ਜਿਹੜਾ ਸੀ ਇਹ ਆਕੀ ਹੋਇਆ ਫਿਰਦਾ ਸੀ, ਆ ਵੀ ਮੇਰਾ, ਆ ਵੀ ਮੇਰਾ, ਮੇਰੀ ਮੇਰੀ ਕਰਤੇ ਜਨਮ ਗਏ। ਕਹਿੰਦੇ ਏਡਾ ਵੱਡਾ ਇਹਨੂੰ ਸਬਕ ਸਿਖਾਲਤਾ ਉਹਨੇ ਨਾਮ ਦੇ ਨਾਲ। ਰਾਮਚੰਦ ਮਾਰਿਓ ਇਹ ਰਾਵਣ, ਐਸਾ ਅਣਿਆਲਾ ਤੀਰ ਉਹਨੇ ਨਾਮ ਦਾ, ਸ਼ਬਦ ਦਾ ਜਪ ਜਪ ਕੇ ਮਾਰੇ ਆ ਤੀਰ ਉਹਨੇ, ਉਹ ਮਨ ਦੇ ਉੱਤੇ, ਉਹ ਮਨ ਨੂੰ ਖਤਮ ਕਰਕੇ ਰੱਖ ਦਿੱਤਾ। ਫਿਰ ਸ਼ਬਦ ਨੇ ਐਸੇ ਐਸੇ ਭੇਦ ਉਹਦੇ ਅਕਾਲ ਪੁਰਖ ਦੇ ਦੱਸੇ ਹੈ ਕਿ ਉਸੇ ਸਿਸਟਮ ਦੇ ਗੁਰਮੁਖ ਸਿਸਟਮ ਦੇ ਅਧੀਨ ਉਹਨੇ ਮਨ ਨੂੰ ਸਮਝਾ ਲਿਆ, ਮਨ ਨੂੰ ਪਰਚਾ ਲਿਆ। ਫਿਰ ਗੁਰਮੁਖੇ ਸਿਸਟਮ ਦੇ ਅਧੀਨ ਹੀ ਐਸ ਭਵ ਸਾਗਰ ਤੋਂ ਜਿਹੜਾ ਪੱਥਰ ਵਰਗਾ ਸੀ ਉਹ ਵੀ ਤਰ ਗਿਆ, ਤੇ ਜਿਹੜੇ ਵਿਚਾਰ ਨਹੀਂ ਸੀ ਉਹਦੇ ਕਦੇ ਮਰਦੇ, ਕੋਟ 33 ਉਧਾਰ ਦਿੱਤੇ, ਉਹ ਵਿਚਾਰ ਵੀ ਉਹਨੇ ਖਤਮ ਕਰ ਦਿੱਤੇ। ਇਹ ਦੇਖੋ ਕਿੰਨਾ ਵੱਡਾ ਸਾਰਾ ਬਾਬੇ ਨਾਨਕ ਦਾ ਜਵਾਬ ਹੀ ਜਵਾਬ ਚੱਲ ਰਿਹਾ ਹੈ, ਕਿੰਨੀ ਵੱਡੀ ਵਿਚਾਰ ਦੇ ਰਿਹਾ। ਪਿਛਲੇ ਨੰਬਰ 31 32 ਤੋਂ ਸ਼ੁਰੂ ਹੋਇਆ ਪਿਆ, 40 ਪਦਿਆਂ ਤੱਕ ਬਾਬੇ ਨਾਨਕ ਦੀ ਹੀ ਵਿਚਾਰ ਹੈ।